ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਈਜ਼ੀ ਵੇ ਦੇ ਆਨਲਾਈਨ ਕਲਾਸ ਦੇ ਵਿੱਚ। ਅੱਜ ਆਪਣੀ ਆਨਲਾਈਨ ਕਲਾਸ ਜਿਹੜੀ ਹੈਗੀ ਪੋਲੀਟੀਕਲ ਸਾਇੰਸ ਦੀ ਹੈ ਜੀ। ਪੋਲੀਟੀਕਲ ਸਾਇੰਸ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੂੰ ਇਹਦਾ ਫਾਇਦਾ ਹੋਣ ਵਾਲਾ, ਜੀਕੇ ਵਾਲੇ ਵਿਦਿਆਰਥੀ ਵੀ ਇਹਦਾ ਫਾਇਦਾ ਲੈ ਸਕਦੇ ਨੇ। ਸਪੈਸ਼ਲ ਮਾਸਟਰ ਕੇਡਰ ਹੋ ਗਿਆ ਜੀ, ਪੀਐਸ ਟੈਟ ਹੋ ਗਿਆ ਐਂਡ ਫਾਰ ਅਦਰ ਕੰਪੀਟੀਟਿਵ ਐਗਜ਼ਾਮ, ਜੋ ਵੀ ਮਤਲਬ ਸਾਰੇ ਇਸ ਵੀਡੀਓ ਨੂੰ ਦੇਖ ਸਕਦੇ ਨੇ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ ਜੀ, ਉਹ ਅੱਜ ਕਰਾਂਗੇ ਆਪਾਂ ਐਕਸਪਲੇਨੇਸ਼ਨ ਆਫ ਆਰਟੀਕਲ 1 ਦੀ। ਐਕਸਪਲੇਨੇਸ਼ਨ ਆਫ ਆਰਟੀਕਲ 1 ਜਿਹੜਾ ਹੈਗਾ ਜੀ, ਇਹਦੀ ਆਪਾਂ ਵਿਆਖਿਆ ਕਰਾਂਗੇ ਬਈ ਇਹ ਆਰਟੀਕਲ ਕਹਿੰਦਾ ਕੀ ਆਪਾਂ ਨੂੰ। ਠੀਕ ਹੈ, ਪਹਿਲਾਂ ਸਟਾਰਟ ਕਰਦੇ ਹਾਂ ਜਿਵੇਂ ਕੰਸਟੀਟਿਊਸ਼ਨ। ਕੰਸਟੀਟਿਊਸ਼ਨ ਕੀ ਹੁੰਦਾ ਜੀ, ਸਾਰਿਆਂ ਨੂੰ ਪਤਾ ਹੀ ਹੈ, ਸੰਵਿਧਾਨ ਆਪਣਾ। ਇਹਦੇ ਵਿੱਚ ਹੈਗੇ ਨੇ 395 ਆਰਟੀਕਲ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਸ਼ਡਿਊਲ ਕਿੰਨੇ ਨੇ? ਸ਼ਡਿਊਲ ਹੈਗੇ ਨੇ 12, ਪਾਰਟ ਹੈਗੇ ਨੇ ਇਹਦੇ ਵਿੱਚ 25, ਜਿਹਦੇ ਵਿੱਚੋਂ ਪਹਿਲਾ ਹੀ ਆਰਟੀਕਲ ਆਉਂਦਾ ਜੀ ਆਪਣਾ, ਪਹਿਲਾ ਭਾਗ ਪਹਿਲਾ ਵੀ ਆ ਗਿਆ, ਭਾਗ ਵੀ ਪਹਿਲਾ ਆ ਗਿਆ, ਪਾਰਟ ਵੀ ਪਹਿਲਾ ਆ ਗਿਆ ਤੇ ਆਰਟੀਕਲ ਵੀ ਆਪਣਾ ਪਹਿਲਾ ਆ ਗਿਆ। ਪਹਿਲੇ ਆਰਟੀਕਲ ਦੇ ਵਿੱਚ ਆਪਣੇ ਕੋਲ ਲਿਖਿਆ ਹੁੰਦਾ ਜੀ, ਕਈ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਕੀ ਚੀਜ਼ ਕੀ ਹੈ ਇਹ। ਕੀ ਲਿਖਿਆ ਹੁੰਦਾ ਜੀ ਆਪਣੇ ਕੋਲ? ਯੂਨੀਅਨ ਆਫ ਸਟੇਟਸ। ਪੰਜਾਬੀ ਚ ਕੀ ਬੋਲਾਂਗੇ ਇਹਨੂੰ? ਭਾਰਤ ਰਾਜਾਂ ਦਾ ਸੰਘ ਹੈ। ਭਾਰਤ ਰਾਜਾਂ ਦਾ ਸੰਘ ਹੈ। ਇਹਦੀ ਐਕਸਪਲੇਨੇਸ਼ਨ ਆਪਾਂ ਅੱਜ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਸਾਰੀ ਚੀਜ਼ ਸਮਝਾਵਾਂਗੇ, ਪਰ ਨਾਲ ਨਾਲ ਤੁਸੀਂ ਪਹਿਲਾਂ ਇਹ ਦੇਖੋ ਬਈ ਅੱਗੇ ਹੈ ਕੀ ਚੀਜ਼ ਇਹ, ਹੈ ਨਾ। ਪਹਿਲਾ ਹੈਗਾ ਜੀ ਆਪਣੇ ਕੋਲ ਸੈਂਟਰਲਾਈਜੇਸ਼ਨ। ਸੈਂਟਰਲਾਈਜੇਸ਼ਨ ਕੀ ਹੁੰਦਾ ਜੀ? ਸੈਂਟਰਲਾਈਜੇਸ਼ਨ ਹੁੰਦਾ ਕੇਂਦਰੀਕਰਨ, ਪੰਜਾਬੀ ਚ ਬੋਲਿਆ ਇਹਨੂੰ ਕੇਂਦਰੀਕਰਨ। ਭਾਵ ਸੰਘ, ਸੰਘ ਦਾ ਮਤਲਬ ਹੁੰਦਾ ਜੀ ਸੈਂਟਰ ਸਰਕਾਰ ਜਿਹੜੀ ਹੋਗੀ। ਠੀਕ ਹੈ, ਕੇਂਦਰ ਸਰਕਾਰ ਕਹਿ ਲਓ, ਸੰਘ ਕਹਿ ਲਓ। ਸੰਘ ਕੋਲ ਸਾਰੀਆਂ ਸ਼ਕਤੀਆਂ, ਭਾਵ ਜਦੋਂ ਕਿ ਸਾਰੀਆਂ ਸ਼ਕਤੀਆਂ ਕੇਂਦਰ ਕੋਲੇ ਹੋਣ, ਉਹਨੂੰ ਸੈਂਟਰਲਾਈਜੇਸ਼ਨ, ਮਤਲਬ ਸਾਰੀਆਂ ਪਾਵਰਾਂ ਕੇਂਦਰ ਕੋਲੇ ਹੁੰਦੀਆਂ ਨੇ। ਠੀਕ ਹੈ, ਜਿਹਨੂੰ ਸੈਂਟਰਲਾਈਜੇਸ਼ਨ ਇੱਥੇ ਕਿਹਾ ਜਾਂਦਾ। ਉਸ ਤੋਂ ਬਾਅਦ ਗੱਲ ਆ ਗਈ ਜੀ ਡੀਸੈਂਟਰਲਾਈਜੇਸ਼ਨ। ਡੀਸੈਂਟਰਲਾਈਜੇਸ਼ਨ ਕੀ ਹੁੰਦਾ ਜੀ? ਵਿਕੇਂਦਰੀਕਰਨ। ਵਿਕੇਂਦਰੀਕਰਨ, ਠੀਕ ਹੈ ਜੀ, ਵਰਡ ਥੋੜਾ ਜਿਹਾ ਕਈ ਵਾਰੀ ਆਇਆ ਪੇਪਰ ਦੇ ਵਿੱਚ, ਬੱਚੇ ਉਲਝਦੇ ਨੇ ਵਿਕੇਂਦਰੀਕਰਨ ਹੁੰਦਾ ਕੀ ਆ, ਤਾਂ ਇੰਗਲਿਸ਼ ਵੀ ਯਾਦ ਰੱਖਿਓ ਡੀਸੈਂਟਰਲਾਈਜੇਸ਼ਨ। ਠੀਕ ਹੈ ਜੀ। ਇਹਦਾ ਮਤਲਬ ਕੀ ਹੁੰਦਾ ਜੀ? ਸੰਘ। ਸੰਘ ਦਾ ਮਤਲਬ ਫੇਰ ਉਹੀ ਕੇਂਦਰ ਸਰਕਾਰ ਆ ਗਈ। ਠੀਕ ਹੈ ਜੀ। ਸੰਘ ਅਤੇ ਰਾਜਾਂ, ਰਾਜ ਜਿਹੜੀਆਂ ਰਾਜ ਸਰਕਾਰਾਂ ਹੋ ਗਈਆਂ ਤੇ ਸੰਘ ਹੋ ਗਈ ਕੇਂਦਰ ਸਰਕਾਰ। ਵਿਚਕਾਰ ਕੀ ਹੋਗੀ ਜੀ? ਸ਼ਕਤੀਆਂ ਦੀ ਵੰਡ ਹੋ ਗਈ। ਠੀਕ ਹੈ, ਸ਼ਕਤੀ ਦੀ ਵੰਡ ਕਿਵੇਂ? ਜਿਵੇਂ ਆਪਣੇ ਇੰਡੀਆ ਦੇ ਵਿੱਚ ਕੰਕਰੈਂਟ ਲਿਸਟ ਆ ਜਾਂਦੀ ਹੈ ਜੀ। ਕੰਕਰੈਂਟ ਲਿਸਟ ਕਿਹੜੇ ਆਰਟੀਕਲ ਚ ਆ ਜਾਂਦੀ ਹੈ? ਆਰਟੀਕਲ 246 ਦੇ ਵਿੱਚ। ਠੀਕ ਹੈ ਜੀ। ਉਹਦੇ ਵਿੱਚ ਸ਼ਕਤੀ ਦੀ ਵੰਡ ਕੀ ਹੈ ਜੀ? ਕੁਝ ਸ਼ਕਤੀਆਂ ਜਿਵੇਂ ਹੈਗੀਆਂ ਨੇ ਸੈਂਟਰ ਕੋਲੇ। ਠੀਕ ਹੈ ਜੀ। ਸੈਂਟਰ ਕੋਲੇ ਹੈਗੇ ਨੇ 100 ਵਿਸ਼ੇ ਨੇਗੇ। ਠੀਕ ਹੈ ਜੀ। ਪਹਿਲਾਂ 97 ਵਿਸ਼ੇ ਸੀਗੇ ਸੈਂਟਰ ਕੋਲ, ਹੁਣ 100 ਵਿਸ਼ੇ ਨੇ ਜਿਹਦੇ ਤੇ ਕੇਂਦਰ ਕਾਨੂੰਨ ਬਣਾ ਸਕਦਾ ਹੈ। ਠੀਕ ਹੈ। ਉਸ ਤੋਂ ਬਾਅਦ ਆ ਗਿਆ ਸਟੇਟ। ਸਟੇਟ ਕੋਲੇ ਕਿੰਨੇ ਵਿਸ਼ੇ ਨੇ ਜੀ? ਪਹਿਲਾਂ 66 ਵਿਸ਼ੇ ਸੀਗੇ, ਹੁਣ ਇਸ ਟਾਈਮ ਹੈਗੇ ਨੇ 61 ਵਿਸ਼ੇ, ਜਿਨ੍ਹਾਂ ਤੇ ਸਟੇਟ ਸਰਕਾਰਾਂ ਕਾਨੂੰਨ ਬਣਾ ਸਕਦੀ, ਜਿਵੇਂ ਪੁਲਿਸ ਹੋ ਗਈ। ਠੀਕ ਹੈ ਜੀ। ਖੇਤੀਬਾੜੀ ਹੋ ਗਈ। ਸੈਂਟਰ ਕੋਲੇ ਹੈਗੇ ਨੇ ਜਿਵੇਂ ਕਰੰਸੀ ਹੋ ਗਈ ਜੀ। ਠੀਕ ਹੈ, ਤਾਂ ਵੱਖਰੀਆਂ ਵੱਖਰੀਆਂ ਸ਼ਕਤੀਆਂ ਨੇ। ਕੰਕਰੈਂਟ ਲਿਸਟ ਕੀ ਆ ਗਈ ਜੀ? ਇਹ ਆਸਟ੍ਰੇਲੀਆ ਤੋਂ ਆਪਾਂ ਲਈ ਗਈ ਹੈ ਕੰਕਰੈਂਟ ਲਿਸਟ। ਕੰਕਰੈਂਟ ਲਿਸਟ ਇਹਦੇ ਵਿੱਚ ਵਿਸ਼ੇ ਹੈਗੇ ਨੇ 52। ਕੰਕਰੈਂਟ ਲਿਸਟ ਕੀ ਹੁੰਦੀ ਜੀ? ਜਿਹਦੇ ਵਿੱਚ ਦੋਨੇ ਹੀ ਕਾਨੂੰਨ ਬਣਾ ਸਕਦੇ ਨੇ, ਕੇਂਦਰ ਵੀ ਕਾਨੂੰਨ ਬਣਾ ਸਕਦਾ, ਸੈਂਟਰ ਤੇ ਸਟੇਟ ਵੀ ਕਾਨੂੰਨ ਬਣਾ ਸਕਦੀ ਹੈ। ਠੀਕ ਹੈ ਜੀ। ਇਹਦੇ ਵਿੱਚ ਵਿਸ਼ੇ ਆ ਜਾਂਦੇ ਨੇ ਆਪਣੇ ਕੋਲੇ 52 ਵਿਸ਼ੇ। ਉਸ ਤੋਂ ਬਾਅਦ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਇਹ ਬਣਦਾ ਹੁੰਦਾ ਇੱਕ, ਇਹ ਸਪੈਸ਼ਲੀ ਪੁੱਛਿਆ ਜਾਂਦਾ ਜੀ ਪੇਪਰ ਦੇ ਵਿੱਚ। ਆਰਟੀਕਲ 248 ਬਿਲਕੁਲ ਚੰਗੀ ਤਰ੍ਹਾਂ ਯਾਦ ਰੱਖਿਓ, ਰੈਜੀਡਿਊਰੀ ਪਾਵਰਸ ਜਿਹਨੂੰ ਬੋਲਦੇ ਆ ਜੀ। ਠੀਕ ਹੈ ਜੀ। ਇਹ ਕਿਹੜੀਆਂ ਪਾਵਰਾਂ ਆ ਗਈਆਂ ਜੀ? ਕੁਝ ਵਿਸ਼ੇ ਸੈਂਟਰ ਕੋਲੇ ਹੁੰਦੇ ਨੇ, ਜਿਵੇਂ 100 ਵਿਸ਼ੇ ਸੈਂਟਰ ਕੋਲੇ ਨੇ ਭਾਰਤ ਦੇ ਵਿੱਚ। ਸਟੇਟ ਦੇ ਵਿੱਚ 61 ਵਿਸ਼ੇ ਸਟੇਟਾਂ ਕੋਲੇ ਨੇ, ਜਿੱਥੇ ਸਟੇਟ ਸਰਕਾਰ ਕਾਨੂੰਨ ਬਣਾ ਸਕਦੀ ਹੈ ਜੀ। ਕੰਕਰੈਂਟ ਲਿਸਟ ਆ ਗਈ 52, ਜਿੱਥੇ ਸਾਂਝੇ ਮਤਲਬ ਕਾਨੂੰਨ ਬਣਾਏ ਜਾਂਦੇ ਨੇ। ਠੀਕ ਹੈ ਜੀ। ਜਿਵੇਂ ਸਿੱਖਿਆ ਦਾ ਇੱਕ ਹੈਗਾ ਵਿਸ਼ਾ, ਜਿੱਥੇ ਕੇਂਦਰ ਵੀ ਕਾਨੂੰਨ ਬਣਾਉਂਦਾ ਤੇ ਰਾਜ ਵੀ ਉੱਤੇ ਤੇ ਕਾਨੂੰਨ ਬਣਾਉਂਦੇ ਨੇ। ਫਿਰ ਲਾਸਟ ਆ ਜਾਂਦਾ ਜੀ ਰੈਜੀਡਿਊਰੀ ਪਾਵਰਸ। ਇਹ ਕੀ ਹੋ ਜਾਂਦਾ? ਇਹਦੇ ਚ ਉਹ ਆ ਜਾਂਦਾ ਜੀ ਜਿਹਦੇ ਵਿੱਚ ਕੁਝ ਵਿਸ਼ੇ ਅਜਿਹੇ ਬਚ ਜਾਂਦੇ ਨੇ ਜਿਹੜੇ ਨਾ ਕੇਂਦਰ ਕੋਲੇ ਹੁੰਦੇ ਨੇ ਨਾ ਸਟੇਟ ਕੋਲੇ ਹੁੰਦੇ ਨੇ, ਤਾਂ ਉਹ ਸਾਰੀਆਂ ਪਾਵਰਾਂ ਇੱਥੇ ਜਿਹੜੀਆਂ ਰੈਜੀਡਿਊਰੀ ਪਾਵਰਸ, ਜਿਹੜੇ ਵਿਸ਼ੇ ਬਚ ਗਏ, ਉਹ ਤੇ ਕੇਂਦਰ ਦਾ ਹੀ ਕੰਟਰੋਲ ਹੋਊਗਾ ਜੀ। ਠੀਕ ਹੈ ਜੀ। ਆਰਟੀਕਲ 248 ਦੇ ਵਿੱਚ ਇਹ ਸਾਫ਼-ਸਾਫ਼ ਦੱਸਿਆ ਗਿਆ ਇਹਨਾਂ ਨੇ ਕਿ ਬਾਕੀ ਬਚਦੇ ਵਿਸ਼ਿਆਂ ਦਾ ਕੰਟਰੋਲ, ਮਤਲਬ ਜਿਹੜਾ ਕੰਟਰੋਲ ਹੋਊਗਾ ਕਿਹਦੇ ਕੋਲੇ ਹੋਊਗਾ? ਉਹ ਸੈਂਟਰ ਕੋਲ ਹੀ ਹੋਊਗਾ। ਸੈਂਟਰ ਹੀ ਉਹਦੇ ਤੇ ਕਾਨੂੰਨ ਬਣਾ ਸਕਦਾ। ਮੈਨੂੰ ਲੱਗਦਾ ਵੀ ਇੱਥੋਂ ਤੱਕ ਤੁਹਾਨੂੰ ਗੱਲ ਕਲੀਅਰ ਹੋ ਗਈ ਹੋਣੀ ਆ ਬਈ ਕੀ ਸੈਂਟਰਲਾਈਜੇਸ਼ਨ ਕੀ ਹੁੰਦੀ ਆ ਤੇ ਡੀਸੈਂਟਰਲਾਈਜੇਸ਼ਨ ਇੱਥੇ ਕੀ ਹੁੰਦੀ ਆ। ਇੱਕ ਵਾਰ ਰਿਪੀਟ ਕਰਦਾ ਜੀ, ਸੈਂਟਰਲਾਈਜੇਸ਼ਨ ਭਾਵ ਸਾਰੀਆਂ ਪਾਵਰਾਂ ਕਿਹਦੇ ਕੋਲੇ ਨੇ ਜੀ? ਕੇਂਦਰ ਸਰਕਾਰ ਕੋਲੇ ਨੇ। ਤੇ ਡੀਸੈਂਟਰਲਾਈਜੇਸ਼ਨ ਕੀ ਹੋਊਗਾ ਜੀ? ਮਤਲਬ ਸੰਘ ਅਤੇ ਰਾਜਾਂ ਵਿਚਕਾਰ ਸ਼ਕਤੀ ਵੰਡ, ਕੇਂਦਰ ਤੇ ਜਿਹੜੀਆਂ ਰਾਜ ਸਰਕਾਰਾਂ ਨੇ ਉਹਨਾਂ ਦੇ ਵਿਚਕਾਰ ਕੀ ਹੁੰਦੀ ਹੈ ਜੀ? ਸ਼ਕਤੀਆਂ ਦੀ ਵੰਡ ਹੁੰਦੀ ਹੈ। ਇੱਥੇ ਮੈਂ ਸਾਰੀ ਤੁਹਾਨੂੰ ਗੱਲ ਸਮਝਾ ਦਿੱਤੀ ਹੈ। ਠੀਕ ਹੈ ਜੀ। ਅੱਗੇ ਚੱਲਦੇ ਆਪਾਂ ਜੀ, ਆਰਟੀਕਲ 1 ਦੀ ਐਕਸਪਲੇਨੇਸ਼ਨ ਤੁਹਾਨੂੰ ਦੱਸਿਆ ਸੀ ਕਰਨੀ ਆ। ਉਸ ਤੋਂ ਪਹਿਲਾਂ ਆਪਾਂ ਨੂੰ ਥੋੜੀ ਜਿਹੀ ਚੀਜ਼ ਸਮਝਣੀ ਪਊਗੀ ਨਾ। ਵੱਖ-ਵੱਖ ਦੇਸ਼ਾਂ ਦੇ ਵਿੱਚ ਨਾ ਕੁਝ ਮਤਲਬ ਸਿਸਟਮ ਕੰਮ ਕਰਦਾ ਜੀ। ਕਿਵੇਂ? ਕਿਹੜੇ-ਕਿਹੜੇ ਸਿਸਟਮ? ਜਿਵੇਂ ਕਹਿ ਸਕਦੇ ਆਪਾਂ, ਇੱਥੇ ਮੈਂ ਲਿਖਿਆ ਹੋਇਆ ਤੁਹਾਡੇ ਕੋਲੇ ਫੈਡਰਲ ਲਿਖਿਆ ਹੋਇਆ ਜੀ। ਫੈਡਰਲ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਕਹਿ ਦਿੰਦੇ ਹਾਂ ਸੰਘਾਤਮਕ ਢਾਂਚਾ। ਠੀਕ ਹੈ। ਉਸ ਤੋਂ ਬਾਅਦ ਮੈਂ ਇੱਥੇ ਲਿਖਿਆ ਹੋਇਆ ਜੀ ਯੂਨਿਟਰੀ। ਯੂਨਿਟਰੀ ਦਾ ਮਤਲਬ ਕੀ ਹੁੰਦਾ ਜੀ? ਇਕਾਤਮਕ ਢਾਂਚਾ। ਤੇ ਕੁਐਸੀ ਫੈਡਰਲ, ਠੀਕ ਹੈ ਜੀ, ਇਹ ਮਿਕਸ ਹੁੰਦਾ, ਇਕਾਤਮਕ ਵੀ ਤੇ ਸੰਘਾਤਮਕ ਵੀ ਇਹਨੂੰ ਕਹਿ ਸਕਦੇ ਆਪਾਂ। ਠੀਕ ਹੈ। ਇਹ ਬਾਅਦ ਚੋਂ ਆਪਾਂ ਐਕਸਪਲੇਨ ਤੁਹਾਨੂੰ ਸਾਰਾ ਸਮਝਾਵਾਂਗੇ। ਤਾਂ ਕਿਵੇਂ ਹਲੇ ਤੁਹਾਨੂੰ ਕੁਝ ਵੀ ਇਹਦੇ ਵਿੱਚ ਹੋ ਸਕਦਾ ਵੀ ਸਮਝ ਨਾ ਆਵੇ, ਪਰ ਜਦੋਂ ਮੈਂ ਸਾਰਾ ਟੌਪਿਕ ਤੁਹਾਨੂੰ ਹੱਲ ਕਰਾਉਂਗਾ ਜੀ, ਉਸ ਤੋਂ ਬਾਅਦ ਤੁਹਾਨੂੰ ਪੂਰਾ ਟੌਪਿਕ ਇਹ ਕਲੀਅਰ ਹੋ ਜਾਣਾ ਤੇ ਪਤਾ ਵੀ ਲੱਗ ਜਾਣਾ ਵੀ ਜਿਹੜਾ ਸਾਡਾ ਆਰਟੀਕਲ 1 ਹੈ ਉਹ ਕਹਿੰਦਾ ਕੀ ਹੈ।
ਠੀਕ ਹੈ ਜੀ। ਤਾਂ ਪਹਿਲਾਂ ਆਪਾਂ ਇਹਨਾਂ ਦੀਆਂ ਜੀ ਵਿਸ਼ੇਸ਼ਤਾਵਾਂ, ਫੈਡਰਲ ਸਿਸਟਮ ਨੂੰ ਸਮਝਣ ਵਾਸਤੇ ਇਹਨਾਂ ਦੀਆਂ ਜਿਹੜੇ ਫੀਚਰਸ ਨੇਗੇ ਉਹਨਾਂ ਨੂੰ ਸਮਝਣਾ ਜ਼ਰੂਰੀ ਹੈ। ਯੂਨਿਟਰੀ ਦੇ ਕੀ ਫੀਚਰਸ ਹੁੰਦੇ ਨੇ, ਠੀਕ ਹੈ ਜੀ। ਜਿਹੜਾ ਫੈਡਰਲ ਸਿਸਟਮ ਹੋਊਗਾ ਉਹਦੇ 'ਚ ਕੀ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਨੇ, ਯੂਨਿਟਰੀ ਵਿੱਚ ਕੀ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਨੇ, ਤੇ ਕੈਸੀ ਫੈਡਰਲ ਹੋਣ ਵਾਸਤੇ ਕੀ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਨੇ, ਠੀਕ ਹੈ ਜੀ। ਤਾਂ ਇੱਥੇ ਅਸੀਂ ਪਹਿਲਾਂ ਸਟਾਰਟ ਕਰਦੇ ਹਾਂ ਜੀ ਫੈਡਰਲ ਸਿਸਟਮ ਦੇ ਵਿੱਚ। ਫੈਡਰਲ ਸਿਸਟਮ ਦੇ ਵਿੱਚ ਕੀ ਲਿਖਿਆ ਹੋਇਆ ਜੀ, ਡਿਊਲ ਗਵਰਨਮੈਂਟ ਦੈਟ ਇਜ਼ ਨੈਸ਼ਨਲ ਗਵਰਨਮੈਂਟ ਐਂਡ ਰੀਜਨਲ ਗਵਰਨਮੈਂਟਸ। ਇਹਦਾ ਮਤਲਬ ਕੀ ਹੋਗਾ ਜੀ, ਦੋਹਰੀ ਸਰਕਾਰ ਆਪਾਂ ਕਹਿ ਸਕਦੇ ਹਾਂ। ਜਿਵੇਂ ਇੱਕ ਕੇਂਦਰ ਦੇ ਵਿੱਚ ਸਰਕਾਰ ਹੁੰਦੀ ਹੈ, ਜਿਵੇਂ ਆਪਣੇ ਮੋਦੀ ਸਰਕਾਰ ਹੋ ਗਈ, ਠੀਕ ਹੈ ਜੀ। ਇੱਕ ਸਟੇਟ ਦੇ ਵਿੱਚ ਸਰਕਾਰ ਹੁੰਦੀ ਹੈ, ਠੀਕ ਹੈ ਜੀ। ਪੰਜਾਬ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਹੋਗੀ। ਤਾਂ ਦੋ ਤਰ੍ਹਾਂ ਦੀਆਂ ਸਰਕਾਰਾਂ ਹੋ ਗਈ ਜਿੱਥੇ ਡਿਊਲ ਗਵਰਨਮੈਂਟ, ਠੀਕ ਹੈ ਜੀ। ਤਾਂ ਇਹ ਪਹਿਲਾ ਪੁਆਇੰਟ ਦਾ ਫੈਡਰਲ ਸਿਸਟਮ ਦਾ ਇਹ ਹੋ ਗਿਆ ਵੀ ਦੋ ਤਰ੍ਹਾਂ ਦੀਆਂ ਸਰਕਾਰਾਂ ਇੱਥੇ ਹੁੰਦੀਆਂ ਨੇ। ਤਾਂ ਇਹਦੇ ਉਲਟ ਆਪਾਂ ਯੂਨਿਟਰੀ ਸਿਸਟਮ ਦੇ ਵਿੱਚ ਕੀ ਦੇਖਾਂਗੇ, ਯੂਨਿਟਰੀ ਸਿਸਟਮ ਦੇ ਵਿੱਚ ਕੀ ਹੋਊਗਾ ਜੀ, ਸਿੰਗਲ ਗਵਰਨਮੈਂਟ ਹੁੰਦੀ ਹੈ। ਮਤਲਬ ਮੇਨਲੀ ਇੱਥੇ ਕੀ ਹੋਊਗਾ ਜੀ, ਸਾਰੀਆਂ ਪਾਵਰਸ ਜਿਹੜੀਆਂ ਹੁੰਦੀਆਂ ਨੇ ਨਾ ਉਹ ਸੈਂਟਰ ਸਰਕਾਰ ਕੋਲ, ਕੇਂਦਰ ਸਰਕਾਰ ਕੋਲ ਹੀ ਹੋਣਗੀਆਂ, ਜਾਂ ਸੰਘੀ ਸਰਕਾਰ ਤੁਸੀਂ ਕਹਿ ਸਕਦੇ ਹੋ, ਉਹਦੇ ਕੋਲੇ ਲਗਭਗ ਪਾਵਰਾਂ ਹੁੰਦੀਆਂ ਨੇ। ਇੱਥੇ ਮੈਂ ਕੀ ਲਿਖਿਆ ਜੀ, ਸਿੰਗਲ ਗਵਰਨਮੈਂਟ ਦੈਟ ਇਜ਼ ਦਾ ਨੈਸ਼ਨਲ ਗਵਰਨਮੈਂਟ ਵਿਚ ਮੇ ਬੀ ਕ੍ਰੀਏਟ ਰੀਜਨਲ ਗਵਰਨਮੈਂਟ। ਮਤਲਬ ਮੇਨ ਕਿਹੜੀ ਹੋਊਗੀ ਜੀ, ਮੇਨ ਤਾਂ ਇੱਥੇ ਨੈਸ਼ਨਲ ਗਵਰਨਮੈਂਟ ਹੀ ਹੁੰਦੀ ਆ, ਜਿਹਦੇ ਕੋਲੇ ਸਾਰੀਆਂ ਪਾਵਰ ਜਿਹੜੀ ਯੂਜ਼ ਕਰਦੀ ਹੈ, ਠੀਕ ਹੈ ਜੀ। ਫੁੱਲ ਐਂਡ ਫਾਈਨਲ ਇਹਦੇ ਹੀ ਡਿਸੀਜਨ ਮੰਨੇ ਜਾਂਦੇ ਨੇ, ਪਰ ਇਹ ਕ੍ਰੀਏਟ ਕਰ ਸਕਦੀ ਹੈ ਜੇ ਇਹਨਾਂ ਨੇ ਚਾਹੇ ਤਾਂ ਰਾਜ ਸਰਕਾਰਾਂ ਇਹ ਬਣਾ ਸਕਦੇ ਨੇ ਇੱਥੇ, ਠੀਕ ਹੈ ਜੀ। ਉਸ ਤੋਂ ਬਾਅਦ ਪਹਿਲਾ ਪੁਆਇੰਟ ਤਾਂ ਇਹ ਸੀਗਾ ਜੀ, ਇੱਥੇ ਡਿਊਲ ਗਵਰਨਮੈਂਟ ਹੋਊਗੀ, ਸੈਂਟਰ ਸਰਕਾਰ ਵੀ ਹੁੰਦੀ ਹੈ ਤੇ ਜਿਹੜੀ ਹੋਊਗੀ ਸਟੇਟ ਸਰਕਾਰ ਹੁੰਦੀ ਹੈ। ਇੱਥੇ ਜ਼ਿਆਦਾਤਰ ਪਾਵਰਫੁਲ ਕਿਹੜੀ ਸਰਕਾਰ ਹੁੰਦੀ ਹੈ ਜੀ, ਸੈਂਟਰ ਸਰਕਾਰ ਹੀ ਪਾਵਰਫੁਲ ਹੁੰਦੀ ਹੈ। ਦੂਸਰਾ ਆਪਣਾ ਪੁਆਇੰਟ ਆ ਗਿਆ ਜੀ, ਬਾਅਦ ਵਿੱਚ ਆਪਾਂ ਲਾਸਟ ਤੇ ਦੇਖਾਂਗੇ ਕੁਐਸੀ ਫੈਡਰਲ ਕੀ ਆ, ਪਹਿਲਾਂ ਇਹਦੇ ਵਿੱਚ ਹੀ ਸਮਝਾਂਗੇ ਆਪਾਂ ਫੈਡਰਲ ਤੇ ਯੂਨਿਟਰੀ ਸਿਸਟਮ, ਠੀਕ ਹੈ ਜੀ। ਦੂਸਰਾ ਪਹਿਲਾ ਪੁਆਇੰਟ ਹੋ ਗਿਆ ਜੀ, ਦੂਸਰਾ ਪੁਆਇੰਟ ਆਪਣਾ ਆ ਗਿਆ ਰਿਟਨ ਕਨਸਟੀਟਿਊਸ਼ਨ, ਠੀਕ ਹੈ ਜੀ। ਫੈਡਰਲ ਜਿੱਥੇ ਵੀ ਫੈਡਰਲ ਢਾਂਚਾ ਹੋਊਗਾ ਨਾ, ਫੈਡਰਲ ਢਾਂਚਾ ਜਿੱਥੇ ਵੀ ਹੋਊਗਾ, ਜਿਵੇਂ ਮੈਂ ਇਹ ਕੰਟਰੀਜ਼ ਲਿਖੇ ਹੋਏ ਨੇ ਜੀ ਫੈਡਰਲ ਸਿਸਟਮ ਵਾਲੇ, USA ਹੋ ਗਿਆ, ਸਵਿਟਜ਼ਰਲੈਂਡ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ, ਰਸ਼ੀਆ ਹੋ ਗਿਆ, ਬ੍ਰਾਜ਼ੀਲ ਹੋ ਗਿਆ, ਅਰਜਨਟੀਨਾ ਹੋ ਗਿਆ, ਠੀਕ ਹੈ ਜੀ। ਤਾਂ ਇਹ ਕੰਟਰੀ ਜਿਹੜੇ ਹੈਗੇ ਨੇ ਇਹ ਕਿਹੜੇ ਸਿਸਟਮ ਨੂੰ ਫੋਲੋ ਕਰਦੇ ਨੇ ਜੀ, ਇਹ ਫੈਡਰਲ ਸਿਸਟਮ ਨੂੰ ਫੋਲੋ ਕਰਦੇ ਨੇ। ਜਿਹੜੇ ਵੀ ਦੇਸ਼ ਮਤਲਬ ਫੈਡਰਲ ਸਿਸਟਮ ਨੂੰ ਫੋਲੋ ਕਰਦੇ ਨੇ ਉਹ ਇਹ ਸਾਰੀ ਫੀਚਰਸ ਵੀ ਫੋਲੋ ਕਰਨਗੇ। ਜਿਵੇਂ ਮੈਂ ਕਹਿੰਦਾ ਡਿਊਲ ਗਵਰਨਮੈਂਟ, ਇੱਥੇ USA ਨੂੰ ਲਾ ਲਓ, USA ਵਿੱਚ ਕੀ ਹੈ ਜੀ, ਡਿਊਲ ਗਵਰਨਮੈਂਟ ਆ, ਕੇਂਦਰ ਸਰਕਾਰ ਵੀ ਹੈਗੀ ਤੇ ਰਾਜ ਸਰਕਾਰ ਵੀ ਹੈਗੀ ਆ। ਇੱਥੇ ਕੀ ਹੋਊਗਾ ਜੀ, ਦੂਸਰਾ ਪੁਆਇੰਟ ਤੁਹਾਨੂੰ ਕਲੀਅਰ ਕਰਨਾ ਸੀਗਾ, ਰਿਟਨ ਕਨਸਟੀਟਿਊਸ਼ਨ। ਜਿਹੜੇ ਵੀ ਆ ਦੇਸ਼ ਨੇ ਜੀ ਫੈਡਰਲ ਨੂੰ ਫੋਲੋ ਕਰ ਰਹੇ ਨੇ, ਠੀਕ ਹੈ ਜੀ, ਉੱਥੇ ਕੀ ਹੋਊਗਾ, ਸੰਵਿਧਾਨ ਜਿਹੜਾ ਲਿਖਤੀ ਹੋਊਗਾ, ਠੀਕ ਹੈ ਜੀ। ਭਾਰਤ ਦੇ ਵਿੱਚ ਲਿਖਤੀ ਸੰਵਿਧਾਨ ਹੈ, ਭਾਰਤ ਦਾ ਥੋੜਾ ਵੱਖਰਾ ਸਿਸਟਮ ਥੋੜਾ ਹੈਗਾ, ਉਹ ਆਪਾਂ ਐਕਸਪਲੇਨ ਬਾਅਦ ਚੋਂ ਕਰਾਂਗੇ, ਠੀਕ ਹੈ ਜੀ। ਪਹਿਲਾਂ ਸਿਰਫ ਫੈਡਰਲ ਨੂੰ ਲੈ ਕੇ ਚੱਲਦੇ ਆਪਾਂ। ਜਿਵੇਂ USA ਲਗਾ ਲਓ ਜੀ, USA ਵਿੱਚ ਕੀ ਹੈ ਜੀ, ਰਿਟਨ ਕਨਸਟੀਟਿਊਸ਼ਨ ਹੋਊਗਾ, ਲਿਖਤੀ ਸੰਵਿਧਾਨ ਹੋਊਗਾ, ਠੀਕ ਹੈ ਜੀ। ਉਸ ਤੋਂ ਬਾਅਦ ਦੂਸਰਾ ਪੁਆਇੰਟ ਆਪਣਾ ਗਿਆ ਯੂਨਿਟਰੀ ਸਿਸਟਮ ਦੇ ਵਿੱਚ। ਯੂਨਿਟਰੀ ਮਤਲਬ ਇਕਾਤਮਕ, ਇਹਦੇ ਵਿੱਚ ਢਾਂਚੇ ਵਿੱਚ ਕੀ ਹੋਊਗਾ ਜੀ, ਕੰਸਟੀਟਿਊਸ਼ਨ ਮੇ ਵੀ ਰਿਟਨ, ਮੇ ਵੀ ਰਿਟਨ ਦਾ ਮਤਲਬ ਲਿਖਿਆ ਵੀ ਹੋ ਸਕਦਾ, ਜਿਵੇਂ ਕਿ ਫਰਾਂਸ ਦੇ ਵਿੱਚ ਹੈ ਜੀ, ਫਰਾਂਸ ਵਿੱਚ ਸੰਵਿਧਾਨ ਲਿਖਿਆ ਹੋਇਆ, ਠੀਕ ਹੈ। ਔਰ ਅਨਰਿਟਨ, ਅਨਰਿਟਨ ਮਤਲਬ ਅਣਲਿਖਤ ਵੀ ਹੋ ਸਕਦਾ, ਜਿਵੇਂ ਬ੍ਰਿਟੇਨ ਦੇ ਵਿੱਚ ਕੀ ਹੈ ਜੀ, ਮਤਲਬ ਅਣਲਿਖਤ ਸੰਵਿਧਾਨ ਉੱਥੇ ਹੈਗਾ ਨਾ। ਇਹਦੇ ਵਿੱਚ ਦੂਸਰਾ ਪੁਆਇੰਟ ਕੀ, ਰਿਟਨ ਸੰਵਿਧਾਨ ਰਿਟਨ ਹੀ ਹੋਣਾ ਚਾਹੀਦਾ ਜੀ। ਫੈਡਰਲ ਵਿਸ਼ੇਸ਼ਤਾ ਇਹ ਹੋਊਗੀ। ਯੂਨਿਟਰੀ ਕੀ ਹੋਊਗੀ, ਸੰਵਿਧਾਨ ਲਿਖਿਆ ਹੋਵੇ ਚਾਹੇ ਨਾ ਲਿਖਿਆ ਹੋਵੇ, ਇਹ ਹੋ ਸਕਦਾ, ਠੀਕ ਹੈ ਜੀ। ਤੀਸਰਾ ਪੁਆਇੰਟ ਆਪਣਾ ਇੱਥੇ ਆ ਗਿਆ, ਡਿਵੀਜ਼ਨ ਆਫ ਪਾਵਰਸ ਬਿਟਵੀਨ ਦਾ ਨੈਸ਼ਨਲ ਐਂਡ ਰੀਜਨਲ ਗਵਰਨਮੈਂਟਸ, ਠੀਕ ਹੈ ਜੀ। ਡਿਵੀਜ਼ਨ ਦਾ ਮਤਲਬ ਕੀ ਹੁੰਦਾ ਜੀ, ਸ਼ਕਤੀਆਂ ਦੀ ਵੰਡ। ਜਿਵੇਂ ਮੈਂ ਤੁਹਾਨੂੰ ਇੱਥੇ ਸ਼ਕਤੀ ਦੀ ਵੰਡ ਬਾਰੇ ਸਮਝਾਇਆਗਾ, ਜਿਵੇਂ ਸਟੇਟ ਕੋਲੇ ਅਲੱਗ ਪਾਵਰਾਂ ਹੁੰਦੀਆਂ ਨੇ, ਠੀਕ ਹੈ ਜੀ, ਸੈਂਟਰ ਕੋਲੇ ਅਲੱਗ ਪਾਵਰਾਂ ਹੁੰਦੀਆਂ ਨੇ। ਤਾਂ ਇੱਥੇ ਵੀ ਕੀ ਹੋਊਗਾ ਜੀ, ਜਿਹੜਾ ਡਿਵੀਜ਼ਨ ਆਫ ਪਾਵਰਸ ਬਿਟਵੀਨ ਦਾ ਨੈਸ਼ਨਲ ਐਂਡ ਰੀਜਨਲ ਗਵਰਨਮੈਂਟਸ, ਠੀਕ ਹੈ ਜੀ। ਤਾਂ ਸ਼ਕਤੀਆਂ ਦੀ ਵੰਡ ਕੀਤੀ ਹੁੰਦੀ ਹੈ ਜੀ, ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਵਿਚਕਾਰ ਜਿਹੜੀ ਸ਼ਕਤੀਆਂ ਦੀ ਵੰਡ ਕੀਤੀ ਹੋਊਗੀ। ਜੇ ਆਪਾਂ ਯੂਨਿਟਰੀ ਸਿਸਟਮ ਦੇ ਵਿੱਚ ਤੀਸਰਾ ਪੁਆਇੰਟ ਦੇਖੀਏ ਤਾਂ ਨੋ ਡਿਵੀਜ਼ਨ ਆਫ ਪਾਵਰਸ, ਆਲ ਪਾਵਰਸ ਵੈਸਟਡ ਇਨ ਦਾ ਨੈਸ਼ਨਲ ਗਵਰਨਮੈਂਟ, ਠੀਕ ਹੈ ਜੀ। ਮੈਂ ਤੁਹਾਨੂੰ ਪਹਿਲੀ ਸਮਝਾ ਕੇ ਯੂਨਿਟਰੀ ਸਿਸਟਮ ਦਾ ਕੀ ਮੀਨਿੰਗ ਹੈਗਾ ਜੀ। ਇੱਥੇ ਜਿਹੜੀਆਂ ਜ਼ਿਆਦਾਤਰ ਪਾਵਰਸ ਹੈਗੀਆਂ ਨਾ, ਮੇਨ ਪਾਵਰਸ, ਉਹ ਕਿਹਦੇ ਕੋਲ ਹੁੰਦੀਆਂ ਨੇ, ਨੈਸ਼ਨਲ ਗਵਰਨਮੈਂਟ ਕੋਲ ਹੋਣਗੀਆਂ। ਇੱਥੇ ਕੀ ਹੋਊਗਾ, ਇੱਥੇ ਜਿਹੜੀਆਂ ਪਾਵਰਾਂ ਨੇ ਉਹ ਵੰਡੀਆਂ ਹੋਈਆਂ ਹੁੰਦੀਆਂ ਨੇ, ਜਿਵੇਂ ਇੰਡੀਆ ਦੇ ਵਿੱਚ ਤੁਹਾਨੂੰ ਦੱਸੀ ਹੋਈ ਹੈ ਮੈਂ ਗੱਲ, ਹਨਾ। ਪਾਵਰਾਂ ਦੀ ਸ਼ਕਤੀ ਦੀ ਕੀ ਹੋਊਗੀ ਜੀ, ਇੱਥੇ ਵੰਡ ਕੀਤੀ ਹੋਈ ਆ। ਥੋੜੀ ਜਿਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਵਿੱਚ, ਠੀਕ ਹੈ। ਇੱਥੇ ਦੇਖ ਲਓ, ਜਿਵੇਂ ਕਹਿ ਲਓ ਬਈ ਅਮਰੀਕਾ ਗਾ, ਅਮਰੀਕਾ, ਠੀਕ ਹੈ ਜੀ। ਅਮਰੀਕਾ ਦੀ ਗੱਲ ਕਰ ਲਓ, ਫੈਡਰਲ ਸਿਸਟਮ ਹੈਗਾ ਜੀ ਅਮਰੀਕਾ ਦੇ ਵਿੱਚ। ਤਾਂ ਅਮਰੀਕਾ ਦੇ ਵਿੱਚ ਕੀ ਹੈ ਜੀ, 50 ਸਟੇਟਾਂ ਹੈਗੀਆਂ ਨੇ, ਉੱਥੇ 50 ਸਟੇਟਾਂ ਇਹਦੇ ਵਿੱਚ ਹੈਗੀਆਂ ਨੇ, ਠੀਕ ਹੈ। ਤਾਂ ਇੱਥੇ ਜਿਹੜਾ ਹੈਗਾ ਕੇਂਦਰ ਕੋਲੇ ਵੀ ਪਾਵਰਾਂ ਹੈਗੀਆਂ ਨੇ ਆਪਣੀਆਂ ਵੱਖਰੀਆਂ, ਤੇ ਸਟੇਟ ਕੋਲੇ ਵੀ ਵੱਖਰੀਆਂ ਪਾਵਰਾਂ ਹੈਗੀਆਂ ਨੇ। ਸਮਝ ਗਏ ਜੀ ਗੱਲ ਨੂੰ। ਤੇ ਹੁਣ ਆ ਜੋ ਆਪਣਾ ਜਿਹੜਾ ਹੈਗਾ ਚੌਥਾ ਪੁਆਇੰਟ, ਚੌਥਾ ਪੁਆਇੰਟ ਕੀ ਹੋਊਗਾ ਜੀ, ਸੁਪਰੀਮੇਸੀ ਆਫ ਦਾ ਕੰਸਟੀਟਿਊਸ਼ਨ। ਸੁਪਰੀਮੇਸੀ ਆਫ ਦਾ ਕੰਸਟੀਟਿਊਸ਼ਨ ਮਤਲਬ ਕੀ ਹੋਊਗੀ ਜੀ, ਇੱਥੇ ਸੰਵਿਧਾਨ ਸੁਪਰੀਮ ਹੁੰਦਾ ਜੀ। ਫੈਡਰਲ ਸਿਸਟਮ ਜਿੱਥੇ ਵੀ ਹੋਊਗਾ ਜੀ, ਉੱਥੇ ਕੀ ਹੋਊਗਾ, ਜਿੱਦਾਂ ਸੰਵਿਧਾਨ ਤੁਹਾਡਾ ਕੁਝ ਕਹਿ ਰਿਹਾ ਹੈਗਾ, ਠੀਕ ਹੈ, ਜੋ ਵੀ ਆਰਟੀਕਲ ਬਣੇ ਹੋਏ ਨੇ ਉਹਦੇ ਅਕੋਰਡਿੰਗ ਹੀ ਸਾਰਾ ਸਿਸਟਮ ਕੀ ਹੈ ਜੀ, ਉਸਨੂੰ
ਚਲਾਇਆ ਨਾ ਜਾਵੇ। ਫੈਡਰਲ ਦੀ ਵਿਸ਼ੇਸ਼ਤਾ ਹੈਗੀ ਤਾਂ ਕੀ ਹੋਊਗੀ, ਸੁਪਰੀਮੇਸੀ ਆਫ ਦਾ ਕੰਸਟੀਟਿਊਸ਼ਨ, ਸੰਵਿਧਾਨ, ਠੀਕ ਹੈ ਜੀ, ਸੰਵਿਧਾਨ ਦੀ ਪੂਰੀ ਸੁਪਰੀਮੇਸੀ ਇਹਦੇ ਵਿੱਚ ਹੋਊਗੀ। ਇੱਧਰ ਜੇ ਯੂਨਿਟਰੀ ਸਿਸਟਮ ਦੇ ਵਿੱਚ ਦੇਖੀਏ ਤਾਂ ਜ਼ਰੂਰੀ ਨਹੀਂ ਹੈਗਾ, ਕੰਸਟੀਟਿਊਸ਼ਨ ਮੇ ਵੀ ਸੁਪਰੀਮ, ਜਿਵੇਂ ਜਾਪਾਨ ਦੇ ਵਿੱਚ ਸੁਪਰੀਮ ਹੈਗਾਗਾ, ਠੀਕ ਹੈ, ਜਾਪਾਨ ਵਾਲੇ ਮੰਨਦੇ ਨੇ ਵੀ ਸੰਵਿਧਾਨ ਸਾਡਾ ਸੁਪਰੀਮ ਹੋਊਗਾ, ਠੀਕ ਹੈ ਜੀ, ਮੇਨ ਸੰਵਿਧਾਨ ਨੂੰ ਮੰਨਦੇ ਨੇ ਉਹ। ਤੇ ਮੇ ਨੋਟ ਵੀ ਸੁਪਰੀਮ, ਜ਼ਰੂਰੀ ਨਹੀਂ ਬਈ ਸੁਪਰੀਮ ਹੀ ਹੋਵੇ, ਤਾਂ ਮੇ ਨੋਟ ਵੀ ਸੁਪਰੀਮ, ਠੀਕ ਹੈ ਜੀ, ਹੋ ਸਕਦਾ। ਜਿਵੇਂ ਆਪਾਂ ਕਹਿ ਸਕਦੇ ਹਾਂ ਬ੍ਰਿਟੇਨ ਦੇ ਵਿੱਚ ਆ ਗਿਆ, ਠੀਕ ਹੈ, ਮਤਲਬ ਸੰਵਿਧਾਨ ਸੁਪਰੀਮ ਹੋ ਵੀ ਸਕਦਾ, ਇੱਥੇ ਨਹੀਂ ਵੀ ਹੋ ਸਕਦਾ। ਇੱਥੇ ਕੀ ਹੈ ਜੀ, ਸੁਪਰੀਮ ਹੋਊਗਾ ਹੀ ਹੋਊਗਾ ਫੈਡਰਲ ਸਿਸਟਮ ਦੇ ਵਿੱਚ। ਕਲੀਅਰ ਜੀ ਗੱਲ ਸਾਰਿਆਂ ਨੂੰ। ਅਗਲਾ ਪੁਆਇੰਟ ਹੈਗਾ ਆਪਣਾ ਪੰਜਵਾਂ ਪੁਆਇੰਟ। ਪੰਜਵਾਂ ਪੁਆਇੰਟ ਕੀ ਹੈ ਜੀ, ਰਿਜਿਡ ਕੰਸਟੀਟਿਊਸ਼ਨ। ਰਿਜਿਡ ਕੰਸਟੀਟਿਊਸ਼ਨ ਕੀ ਹੁੰਦਾ ਜੀ, ਕਠੋਰ ਸੰਵਿਧਾਨ। ਕਠੋਰ ਸੰਵਿਧਾਨ ਦਾ ਮੀਨਿੰਗ ਕੀ ਹੋ ਗਿਆ ਜੀ, ਕਠੋਰ ਸੰਵਿਧਾਨ ਦਾ ਮੀਨਿੰਗ ਹੁੰਦਾ ਵੀ ਸੰਵਿਧਾਨ ਦੇ ਵਿੱਚ ਜਿਹੜੀ ਅਮੈਂਡਮੈਂਟ ਤੁਸੀਂ ਕਰਨੀ ਹੈ ਨਾ, ਤਾਂ ਉਹ ਕੀਤੀ ਨਹੀਂ ਜਾ ਸਕਦੀ, ਜਾਂ ਤਾਂ ਬਿਲਕੁਲ ਹੀ ਨਹੀਂ ਕੀਤੀ ਜਾ ਸਕਦੀ, ਜਾਂ ਬਹੁਤ ਹੀ ਔਖਾ ਢੰਗ ਹੈ ਉਹਦੇ ਵਿੱਚ ਅਮੈਂਡਮੈਂਟ ਕਰਨ ਦਾ। ਮਤਲਬ ਜਿਹੜਾ ਰੂਲ ਬਣ ਗਿਆ ਠੀਕ ਹੈ, ਅਮੈਂਡਮੈਂਟ ਕਰਨੀ ਬਹੁਤ ਹੀ ਔਖੀ ਹੈ, ਤਾਂ ਮਤਲਬ ਕੀ ਹੁੰਦਾ ਜੀ, ਰਿਜਿਡ ਕੰਸਟੀਟਿਊਸ਼ਨ ਮਤਲਬ ਕਠੋਰ ਸੰਵਿਧਾਨ, ਠੀਕ ਹੈ ਜੀ। ਉਸਦੇ ਉਲਟਾ ਆਪਾਂ ਦੇਖੀਏ ਯੂਨਿਟਰੀ ਸਿਸਟਮ ਦੇ ਵਿੱਚ, ਯੂਨਿਟਰੀ ਸਿਸਟਮ ਦੇ ਵਿੱਚ ਵੀ ਆਪਾਂ ਦੇਖਿਆਗਾ, ਪੰਜਵਾਂ ਪੁਆਇੰਟ ਦੇਖੀਏ ਯੂਨਿਟਰੀ ਸਿਸਟਮ ਦੇ ਵਿੱਚ, ਕੰਸਟੀਟਿਊਸ਼ਨ ਮੇ ਵੀ ਰਿਜਿਡ ਮਤਲਬ ਕਠੋਰ ਵੀ ਹੋ ਸਕਦਾ, ਜਿਵੇਂ ਫਰਾਂਸ ਦੀ ਉਦਾਹਰਨ ਦਿੱਤੀ ਇਹਨਾਂ ਨੇ, ਫਰਾਂਸ ਵਿੱਚ ਸੰਵਿਧਾਨ ਕੀ ਹੈ ਜੀ, ਕਠੋਰ ਹੈਗਾ, ਠੀਕ ਹੈ। ਔਰ ਫਲੈਕਸੀਬਲ ਕੀ ਹੁੰਦਾ ਜੀ, ਲਚਕੀਲਾ, ਮਤਲਬ ਜਦੋਂ ਮਰਜ਼ੀ ਅਮੈਂਡਮੈਂਟ ਉਹਦੇ ਚ ਕਰ ਦੋ, ਠੀਕ ਹੈ, ਕੋਈ ਚੱਕਰ ਨਹੀਂ ਉਹਦੇ ਚ, ਠੀਕ ਹੈ। ਤਾਂ ਕਠੋਰ ਵੀ ਹੋ ਸਕਦਾ ਤੇ ਲਚਕੀਲਾ ਵੀ ਹੋ ਸਕਦਾ। ਜਿਵੇਂ ਬ੍ਰਿਟੇਨ ਦਾ ਸੰਵਿਧਾਨ ਕੀ ਹੈ, ਲਚਕੀਲਾ ਜੀ, ਉਹ ਬੜੇ ਸੌਖੇ ਤਰੀਕੇ ਨਾਲ ਉਹਦੇ ਚ ਅਮੈਂਡਮੈਂਟ ਵੀ ਕਰ ਸਕਦੇ ਨੇ, ਠੀਕ ਹੈ ਜੀ। ਇੱਥੋਂ ਤੱਕ 5 ਪੁਆਇੰਟ ਦੋਨਾਂ ਦੇ ਮੈਨੂੰ ਲੱਗਦਾ ਵੀ ਕਲੀਅਰ ਹੋ ਚੁੱਕੇ ਹੋਣਗੇ। ਤਾਂ 6ਵਾਂ ਪੁਆਇੰਟ ਆਪਣੇ ਕੋਲੇ ਹੈਗਾ ਜੀ ਇੱਥੇ, ਇੰਡੀਪੈਂਡੈਂਟ ਜੁਡੀਸ਼ੀਅਰੀ। ਇੰਡੀਪੈਂਡੈਂਟ ਜੁਡੀਸ਼ੀਅਰੀ ਮਤਲਬ ਕੀ ਹੁੰਦੀ ਹੈ ਜੀ, ਜਿਹੜੀ ਆਪਣੀ ਕੋਰਟ ਹੋਗੀ, ਜਿਹੜਾ ਨਿਆਂਪਾਲਿਕਾ ਹੋਗੀ ਆਪਣੀ, ਉਹ ਇੰਡੀਪੈਂਡੈਂਟ ਹੁੰਦੀ ਆਪਣੇ ਫੈਸਲੇ ਲੈਣ ਦੇ ਵਿੱਚ, ਠੀਕ ਹੈ ਜੀ, ਉਹਦੇ ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੁੰਦਾ। ਤਾਂ ਇਹ ਫੈਡਰਲ ਸਿਸਟਮ ਦੀ ਵਿਸ਼ੇਸ਼ਤਾ ਕੀ ਹੈ ਜੀ, ਇੰਡੀਪੈਂਡੈਂਟ ਜੁਡੀਸ਼ੀਅਰੀ ਇੱਥੇ ਹੋਊਗੀ। ਤੇ ਇਧਰ ਜੇ ਯੂਨਿਟਰੀ ਸਿਸਟਮ ਦੇ ਵਿੱਚ ਦੇਖੀਏ, ਇਕਾਤਮਕ ਦੇ ਵਿੱਚ ਦੇਖੀਏ, 6ਵਾਂ ਪੁਆਇੰਟ ਆਪਾਂ, ਜੁਡੀਸ਼ੀਅਰੀ ਮੇ ਵੀ ਇੰਡੀਪੈਂਡੈਂਟ, ਠੀਕ ਹੈ ਜੀ, ਇੰਡੀਪੈਂਡੈਂਟ ਹੋ ਵੀ ਸਕਦੀ ਆ ਤੇ ਮੇ ਨੋਟ ਵੀ ਇੰਡੀਪੈਂਡੈਂਟ, ਠੀਕ ਹੈ ਜੀ, ਮਤਲਬ ਫ੍ਰੀ ਨਹੀਂ ਵੀ ਹੋ ਸਕਦੀ, ਜ਼ਰੂਰੀ ਨਹੀਂ ਹੁੰਦਾ। ਇੱਥੇ ਇੰਡੀਪੈਂਡੈਂਟ ਹੋਊਗੀ, ਠੀਕ ਹੈ ਜੀ, ਜੋ ਵੀ ਫੈਸਲਾ ਲੈਣਾ ਚਾਹੁੰਦੇ ਆ, ਇੱਥੇ ਇੰਡੀਪੈਂਡੈਂਟ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ। ਤਾਂ ਇਹ ਹੈਗੀ ਜੀ ਯੂਨਿਟਰੀ ਦੀ ਵਿਸ਼ੇਸ਼ਤਾ, ਠੀਕ ਹੈ ਜੀ। ਉਸ ਤੋਂ ਬਾਅਦ ਇੱਥੇ ਆ ਗਿਆ 7ਵਾਂ ਪੁਆਇੰਟ, ਜਿਹੜਾ ਆ ਗਿਆ ਜੀ ਆਪਣਾ ਬਾਈਕੈਮਰਲ ਲੈਜਿਸਲੇਚਰ। ਬਾਈਕੈਮਰਲ ਕੀ ਹੁੰਦਾ ਜੀ, ਬਾਈਕੈਮਰਲ ਦਾ ਮਤਲਬ ਤੁਸੀਂ ਸਮਝੋ, ਜਿੱਥੇ ਦੋ ਸਦਨ ਹੁੰਦੇ ਨੇ। ਜਿਵੇਂ ਇੰਡੀਆ ਦੀ ਉਦਾਹਰਨ ਆਪਾਂ ਲੈਂਦੇ ਹਾਂ, ਇੱਕ ਆਪਣੇ ਕੋਲੇ ਰਾਜ ਸਭਾ ਉੱਪਰਲਾ ਸਦਨ ਹੈ ਜੀ, ਤੇ ਇੱਕ ਲੋਕ ਸਭਾ ਹੇਠਲਾ ਸਦਨ। ਜਿੱਥੇ ਦੋ ਸਦਨ ਹੋਣਗੇ ਉਹਨੂੰ ਬੋਲਿਆ ਜਾਂਦਾ ਜੀ ਬਾਈਕੈਮਰਲ, ਠੀਕ ਹੈ ਜੀ। ਜਿੱਥੇ ਇੱਕ ਸਦਨ ਹੋਊਗਾ, ਜਿਵੇਂ ਆਪਣੀਆਂ ਸਟੇਟਾਂ ਆ ਗਈਆਂ, ਪੰਜਾਬ ਸਟੇਟ ਆ ਗਈ, ਸਟੇਟ ਦੇ ਵਿੱਚ ਕੀ ਹੈ ਜੀ, ਇਕੱਲੀ ਵਿਧਾਨ ਸਭਾ ਕੀ ਹੇਠਲਾ ਸਦਨ ਹੀ ਆ, ਤਾਂ ਉਹਨੂੰ ਆਪਾਂ ਯੂਨੀਕੈਮਰਲ ਬੋਲਦੇ ਹਾਂ, ਠੀਕ ਹੈ ਜੀ। ਸਮਝ ਆ ਗਈ ਮੇਰੇ ਖਿਆਲ ਨਾਲ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਣੀ ਵੀ ਜਿੱਥੇ ਦੋ ਸਦਨ ਹੋਣਗੇ ਉਹ ਬਾਈਕੈਮਰਲ ਉਹਨੂੰ ਬੋਲਾਂਗੇ ਲੈਜਿਸਲੇਚਰ, ਠੀਕ ਹੈ ਜੀ। ਤੇ ਜਿੱਥੇ ਇੱਕ ਸਦਨ ਹੋਊਗਾ ਉੱਥੇ ਆਪਾਂ ਬੋਲਾਂਗੇ ਯੂਨੀਕੈਮਰਲ। ਇੱਥੇ ਕੀ ਹੋਊਗਾ ਜੀ, ਫੈਡਰਲ ਸਿਸਟਮ ਦੀ ਉਦਾਹਰਨ ਕੀ ਹੈ ਜੀ, ਫੈਡਰਲ ਸਿਸਟਮ ਦੇ ਵਿੱਚ ਹਮੇਸ਼ਾ ਕੀ ਹੋਊਗਾ, ਬਾਈਕੈਮਰਲ ਲੈਜਿਸਲੇਚਰ ਹੀ ਹੋਊਗਾ। ਤੇ ਇੱਥੇ ਜੇ ਯੂਨਿਟਰੀ ਸਿਸਟਮ ਦੇ ਵਿੱਚ ਜੀ ਲੈਜਿਸਲੇਚਰ ਮੇ ਵੀ ਬਾਈਕੈਮਰਲ, ਇੱਥੇ ਬਈ ਬਾਈਕੈਮਰਲ ਵੀ ਹੋ ਸਕਦਾ, ਮਤਲਬ ਦੋ ਸਦਨ ਹੋ ਸਕਦੇ ਨੇ, ਠੀਕ ਹੈ ਜੀ। ਤੇ ਜਿਵੇਂ ਬ੍ਰਿਟੇਨ ਦੇ ਵਿੱਚ ਹੈਗੇ ਨੇ, ਠੀਕ ਹੈ ਜੀ, ਇੰਗਲੈਂਡ ਦੇ ਵਿੱਚ ਕੀ ਨੇ, ਦੋ ਸਦਨ ਹੈਗੇ ਨੇ, ਉੱਥੇ ਹਾਊਸ ਆਫ ਲਾਰਡਸ ਤੇ ਹਾਊਸ ਆਫ ਕਾਮਨਸ ਦੋ ਸਦਨ ਹੈਗੇ ਨੇ, ਠੀਕ ਹੈ। ਤਾਂ ਉਸੇ ਤਰ੍ਹਾਂ ਔਰ ਯੂਨੀਕੈਮਰਲ, ਜਿਵੇਂ ਚਾਈਨਾ ਦੇ ਵਿੱਚ ਇੱਕ ਸਦਨ ਹੀ ਹੈਗਾ ਜੀ, ਤਾਂ ਯੂਨੀਕੈਮਰਲ ਵੀ ਹੋ ਸਕਦਾ, ਠੀਕ ਹੈ ਜੀ। ਇੱਥੇ ਬਾਈਕੈਮਰਲ ਹੀ ਹੋਊਗਾ ਫੈਡਰਲ ਸਿਸਟਮ ਦੇ ਵਿੱਚ। ਯੂਨਿਟਰੀ ਸਿਸਟਮ ਦੇ ਵਿੱਚ ਕੀ ਹੋਊਗਾ, ਦੋਨੇ ਹੋ ਸਕਦੇ ਨੇ, ਬਾਈਕੈਮਰਲ ਵੀ ਹੋ ਸਕਦਾ ਤੇ ਯੂਨੀਕੈਮਰਲ ਵੀ ਹੋ ਸਕਦਾ, ਠੀਕ ਹੈ ਜੀ। ਇੱਥੇ ਇੱਕ ਥੋੜੀ ਜਿਹੀ ਇੱਕ ਪੁਆਇੰਟ ਹੋਰ ਤੁਹਾਨੂੰ ਦੱਸ ਦਿੰਦਾ ਨਾਲ, ਬਈ ਇੱਥੇ ਮਤਲਬ ਡਬਲ ਸਿਟੀਜ਼ਨਸ਼ਿਪ ਵੀ ਕਹਿ ਸਕਦੇ ਹਾਂ, ਡਬਲ ਸਿਟੀਜ਼ਨਸ਼ਿਪ ਜਿਹੜਾ ਫੈਡਰਲ ਸਿਸਟਮ ਹੋਊਗਾ ਜੀ, ਉਹਦੇ ਚ ਕੀ ਹੋਊਗਾ, ਡਬਲ ਸਿਟੀਜ਼ਨਸ਼ਿਪ, ਮਤਲਬ ਦੋਹਰੀ ਨਾਗਰਿਕਤਾ ਜਿਹਨੂੰ ਕਹਿ ਸਕਦੇ ਹੋ। ਦੋਹਰੀ ਨਾਗਰਿਕਤਾ ਕੀ ਹੁੰਦੀ ਹੈ ਜੀ, ਦੋਹਰੀ ਨਾਗਰਿਕਤਾ ਹੁੰਦੀ ਹੈ ਜਿਵੇਂ ਅਮਰੀਕਾ ਜੀ, ਅਮਰੀਕਾ ਦੇ ਵਿੱਚ 50 ਸਟੇਟਾਂ ਨੇਗੀਆਂ, ਠੀਕ ਹੈ। ਉੱਥੇ ਅਮਰੀਕਾ ਦਾ ਤਾਂ ਵੱਖਰਾ ਬੰਦਾ ਨਾਗਰਿਕ ਹੁੰਦਾ ਹੀ ਹੁੰਦਾ, ਅਮਰੀਕਾ ਦਾ ਨਾਗਰਿਕ ਵੱਖਰਾ ਹੋਊਗਾ, ਪਰ ਜਿਹੜੀਆਂ ਉੱਥੇ ਸਟੇਟਾਂ ਨੇਗੀਆਂ, ਜਿਵੇਂ ਕੋਈ ਵੀ ਸਟੇਟਾਂ ਆ ਗਈਆਂ ਉੱਥੋਂ ਦੀਆਂ, ਤਾਂ ਉਹ ਸਟੇਟਾਂ ਦਾ ਵੱਖਰਾ ਨਾਗਰਿਕ ਹੋਊਗਾ ਉੱਥੋਂ ਦਾ, ਠੀਕ ਹੈ ਜੀ। ਪਰ ਇੰਡੀਆ ਦੇ ਵਿੱਚ ਆਪਾਂ ਦੇਖਦਾ ਵੀ ਇਹ ਗੱਲ ਨਹੀਂ ਹੈਗੀ, ਆਪਾਂ ਇੰਡੀਆ ਦੇ ਸਾਰੇ ਆਪਾਂ ਕੀ ਹੈ ਜੀ, ਸਿੰਗਲ ਸਿਟੀਜ਼ਨਸ਼ਿਪ, ਆਪਾਂ ਇੰਡੀਆ ਦੇ ਹੀ ਨਾਗਰਿਕ ਬਾਜਦੇ ਆਪਾਂ, ਕਲੀਅਰ ਗੱਲ। ਪਰ ਜਿਹੜਾ ਅਮਰੀਕਾ ਦੇ ਵਿੱਚ ਅਮਰੀਕਾ ਦੇ ਵੱਖਰੇ ਨਾਗਰਿਕ ਹੁੰਦੇ ਨੇ, ਤੇ ਜਿਹੜੇ ਉੱਥੇ ਸਟੇਟਾਂ ਨੇ ਉੱਥੋਂ ਦੇ ਵੱਖਰੇ ਨਾਗਰਿਕ ਹੁੰਦੇ ਨੇ। ਤਾਂ ਇਹ ਵੀ ਫੈਡਰਲ ਜਿਹੜੀ ਸਿਸਟਮ ਦੀ ਇੱਕ ਉਦਾਹਰਨ ਹੈਗੀ, ਇੱਥੇ ਡਬਲ ਸਿਟੀਜ਼ਨਸ਼ਿਪ ਹੋ ਸਕਦੀ ਆ। ਯੂਨਿਟਰੀ ਦੇ ਵਿੱਚ ਕੀ ਹੁੰਦਾ ਜੀ, ਸਿੰਗਲ ਸਿਟੀਜ਼ਨਸ਼ਿਪ ਹੋਊਗੀ, ਇੱਥੇ ਇਕਹਿਰੀ ਨਾਗਰਿਕਤਾ ਜਿਹੜੀ ਹੁੰਦੀ ਹੈਗੀ ਯੂਨਿਟਰੀ ਸਿਸਟਮ ਦੇ ਵਿੱਚ, ਠੀਕ ਹੈ ਜੀ। ਤੁਹਾਨੂੰ ਦੱਸ ਹੀ ਦਿੱਤਾ ਵੀ ਕੰਟਰੀਜ਼ ਕਿਹੜੇ ਨੇ ਜਿਹੜੇ ਫੈਡਰਲ ਸਿਸਟਮ ਨੂੰ ਫੋਲੋ ਕਰਦੇ ਨੇ ਜੀ, USA ਹੋ ਗਿਆ, ਸਵਿਟਜ਼ਰਲੈਂਡ ਹੋ ਗਿਆ, ਆਸਟ੍ਰੇਲੀਆ, ਕੈਨੇਡਾ, ਰਸ਼ੀਆ, ਬ੍ਰਾਜ਼ੀਲ ਤੇ ਅਰਜਨਟੀਨਾ ਹੋ ਗਈ, ਠੀਕ ਹੈ ਜੀ। ਇੱਧਰ ਜਿਹੜੇ ਦੇਸ਼ ਯੂਨਿਟਰੀ ਸਿਸਟਮ ਨੂੰ ਫੋਲੋ ਕਰਦੇ ਨੇ ਜੀ, ਉਹ ਮੈਂ ਨੀਚੇ ਲਿਖੇ ਨੇਗੇ,
ਬ੍ਰਿਟੇਨ, ਫਰਾਂਸ, ਜਾਪਾਨ, ਚਾਈਨਾ, ਇਟਲੀ, ਬੈਲਜੀਅਮ, ਨਾਰਵੇ, ਸਵੀਡਨ, ਸਪੇਨ। ਇਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਬਈ ਕਿਹੜੇ ਦੇਸ਼ ਦੇ ਵਿੱਚ ਯੂਨਿਟਰੀ ਸਿਸਟਮ ਪਾਇਆ ਜਾਂਦਾ ਜਾਂ ਕਿਹੜੇ ਦੇਸ਼ ਦੇ ਵਿੱਚ ਫੈਡਰਲ ਸਿਸਟਮ ਪਾਇਆ ਜਾਂਦਾ। ਤਾਂ ਇਹਨੂੰ ਸਾਰੇ ਦੇਸ਼ਾਂ ਨੂੰ ਤੁਸੀਂ ਕੀ ਹੈ ਜੀ ਯਾਦ ਕਰਨਾ ਜ਼ਰੂਰੀ ਹੈ। ਉਸ ਤੋਂ ਬਾਅਦ ਗੱਲ ਆ ਜਾਂਦੀ ਜੀ ਆਪਣੀ ਇੰਡੀਆ ਬਾਰੇ। ਜੇ ਆਪਾਂ ਗੱਲ ਕਰੀਏ ਭਾਰਤ ਬਾਰੇ, ਭਾਰਤ ਦੇ ਵਿੱਚ ਕਿਹੜਾ ਸਿਸਟਮ ਲਾਗੂ ਹੁੰਦਾ ਜੀ? ਫੈਡਰਲ ਸਿਸਟਮ ਲਾਗੂ ਹੁੰਦਾ ਜਾਂ ਕੁਐਸੀ ਫੈਡਰਲ ਸਿਸਟਮ ਲਾਗੂ ਹੁੰਦਾ? ਤਾਂ ਭਾਰਤ ਦੇ ਦੀ ਆਪਾਂ ਗੱਲ ਕਰੀਏ, ਦੇਖੋ ਭਾਰਤ ਬਾਰੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਿਵੇਂ ਕਹਿ ਸਕਦੇ ਜੀ ਇੱਥੇ ਕੁਛ ਮੈਂ ਤੁਹਾਨੂੰ ਗੱਲ ਕਰੀ ਸੀ ਡਬਲ ਗਵਰਨਮੈਂਟ ਦੀ। ਤਾਂ ਫੈਡਰਲ ਸਿਸਟਮ ਦੇ ਵਿੱਚ ਜੀ ਕੀ ਹੁੰਦਾ ਜੀ? ਦੋਹਰੀ ਨਾਗਰਿਕਤਾ ਹੁੰਦੀ ਆ। ਯੂਨਿਟਰੀ ਦੇ ਵਿੱਚ ਕੀ ਹੁੰਦਾ ਜੀ? ਅਕੈਰੀ ਨਾਗਰਿਕਤਾ ਹੋਊਗੀ। ਠੀਕ ਹੈ ਜੀ। ਤਾਂ ਭਾਰਤ ਵਿੱਚ ਕਿਹੜਾ ਜੀ, ਜੇ ਦੇਖਿਆ ਜਾਵੇ ਤਾਂ ਸਿੰਗਲ ਸਿਟੀਜ਼ਨਸ਼ਿਪ ਹੈਗੀ ਆਪਣੇ ਭਾਰਤ ਵਿੱਚ, ਅਕੈਰੀ ਨਾਗਰਿਕਤਾ ਹੈਗੀ ਆ। ਠੀਕ ਹੈ। ਤਾਂ ਉਹਦੇ ਅਕੋਰਡਿੰਗ ਆਪਾਂ ਕੀ ਹੈ ਜੀ ਯੂਨਿਟਰੀ ਸਿਸਟਮ ਨੂੰ ਫੋਲੋ ਕਰ ਰਹੇ ਹਾਂ। ਠੀਕ ਹੈ ਜੀ। ਤੁਹਾਨੂੰ ਸਮਝ ਆ ਗਈ ਹੋਣੀ ਯੂਨਿਟਰੀ। ਜੇ ਆਪਾਂ ਦੇਖੀਏ ਸਿਟੀਜ਼ਨਸ਼ਿਪ ਦੇ ਅਕੋਰਡਿੰਗ ਦੇਖੀਏ ਤਾਂ ਆਪਾਂ ਯੂਨਿਟਰੀ ਸਿਸਟਮ ਨੂੰ ਫੋਲੋ ਕਰ ਰਹੇ ਹਾਂ। ਪਰ ਜੇ ਆਪਾਂ ਤੁਸੀਂ ਇੱਥੇ ਆਹ ਚੀਜ਼ ਨੂੰ ਪੜੋ ਜੀ, ਡਿਊਲ ਗਵਰਨਮੈਂਟ, ਨੈਸ਼ਨਲ ਗਵਰਨਮੈਂਟ ਐਂਡ ਰੀਜਨਲ ਗਵਰਨਮੈਂਟ, ਤਾਂ ਇੰਡੀਆ ਦੇ ਵਿੱਚ ਵੀ ਹੈਗੀਆਂ ਨੇ। ਠੀਕ ਹੈ ਜੀ। ਨੈਸ਼ਨਲ ਗਵਰਨਮੈਂਟ ਵੀ ਹੈਗੀ ਹੈ ਤੇ ਸਟੇਟ ਗਵਰਨਮੈਂਟਸ ਵੀ ਹੈਗੀਆਂ ਨੇ। ਇਸੇ ਤਰ੍ਹਾਂ ਜੇ ਤੁਸੀਂ ਇੱਥੇ ਦੇਖੋਗੇ ਡਿਵੀਜ਼ਨ ਆਫ ਪਾਵਰਸ ਬਿਟਵੀਨ ਦਾ ਨੈਸ਼ਨਲ ਐਂਡ ਰੀਜਨਲ ਗਵਰਨਮੈਂਟਸ। ਠੀਕ ਹੈ ਜੀ। ਤਾਂ ਆਪਣੇ ਕੀ ਹੈ ਜੀ ਨੈਸ਼ਨਲ ਗਵਰਨਮੈਂਟ ਕੋਲੇ ਜਿਵੇਂ 100 ਵਿਸ਼ੇ ਨੇਗੇ, ਸਟੇਟ ਸਰਕਾਰਾਂ ਕੋਲੇ 61 ਵਿਸ਼ੇ ਨੇ। ਤਾਂ ਆਪਾਂ ਕੀ ਹੈ ਜੀ ਸ਼ਕਤੀ ਦੀ ਵੰਡ ਕੀਤੀ ਹੋਈ ਆ। ਮਤਲਬ ਸਟੇਟਾਂ ਕੋਲੇ ਵੱਖਰੇ ਵਿਸ਼ੇ ਨੇ, ਕਾਨੂੰਨ ਬਣਾ ਸਕਦੇ ਨੇ, ਸੈਂਟਰ ਕੋਲੇ ਵੱਖਰੇ ਵਿਸ਼ੇ ਨੇ, ਕਾਨੂੰਨ ਬਣਾ ਸਕਦੇ ਨੇ। ਤਾਂ ਇੱਥੇ ਡਿਵੀਜ਼ਨ ਕੀ ਹੈ ਜੀ ਆਪਾਂ ਸ਼ਕਤੀ ਦੀ ਵੰਡ ਕੀਤੀ ਹੋਈ ਆ। ਇੱਥੇ ਜਿਹੜਾ ਹੁੰਦਾ ਯੂਨਿਟਰੀ ਸਿਸਟਮ ਦੇ ਵਿੱਚ ਦੇਖਿਆ ਜਾਵੇ ਤਾਂ ਕੇਂਦਰ ਹੀ ਜ਼ਿਆਦਾ ਮਜ਼ਬੂਤ ਹੁੰਦਾ। ਹੁਣ ਕੀ ਦੇਖਿਆ ਆਪਾਂ, ਜੇ ਆਪਾਂ ਡਬਲ ਗਵਰਨਮੈਂਟ ਦੇ ਸਿਟੀਜ਼ਨਸ਼ਿਪ ਦੇ ਅਕੋਰਡਿੰਗ ਦੇਖੀਏ ਤਾਂ ਆਪਾਂ ਯੂਨਿਟਰੀ ਮਤਲਬ ਡਬਲ ਸਿਟੀਜ਼ਨਸ਼ਿਪ ਜਾਂ ਸਿੰਗਲ ਸਿਟੀਜ਼ਨਸ਼ਿਪ ਦੇ ਅਕੋਰਡਿੰਗ ਦੇਖੀਏ ਤਾਂ ਆਪਾਂ ਯੂਨਿਟਰੀ ਸਿਸਟਮ ਫੋਲੋ ਕਰਦੇ ਹਾਂ। ਆਪਣੇ ਕੋਲ ਸਿਟੀਜ਼ਨਸ਼ਿਪ ਹੈਗੀ ਹੈ ਸਿੰਗਲ। ਪਰ ਜੇ ਆਪਾਂ ਸ਼ਕਤੀ ਡਿਵੀਜ਼ਨ ਦੇਖੀਏ ਤਾਂ ਆਪਣੇ ਹੈਗੀਆਂ ਨੇ, ਆਪਾਂ ਸਟੇਟਾਂ ਤੇ ਸੈਂਟਰ ਦੇ ਵਿਚਕਾਰ ਸ਼ਕਤੀ ਦੀ ਵੰਡ ਕੀਤੀ ਹੋਈ ਆ। ਇੱਥੇ ਆਪਾਂ ਯੂਨਿਟਰੀ ਸਿਸਟਮ ਨਹੀਂ ਫੋਲੋ ਕਰਦੇ, ਇੱਥੇ ਆਪਾਂ ਫੈਡਰਲ ਸਿਸਟਮ ਨੂੰ ਫੋਲੋ ਕਰ ਰਹੇ ਹਾਂ। ਠੀਕ ਹੈ ਜੀ। ਮੈਨੂੰ ਲੱਗਦਾ ਮੇਰੀ ਗੱਲ ਤੁਹਾਨੂੰ ਸਮਝ ਆ ਗਈ ਹੋਊਗੀ। ਇੱਕ ਵਾਰ ਥੋੜਾ ਜਿਹਾ ਰਿਪੀਟ ਹੋਰ ਕਰਨ ਲੱਗਿਆ ਗੱਲ ਨੂੰ। ਮਤਲਬ ਕੁਝ ਵਿਸ਼ੇਸ਼ਤਾਵਾਂ ਆਪਾਂ ਯੂਨਿਟਰੀ ਸਿਸਟਮ ਦੀਆਂ ਫੋਲੋ ਕਰਦੇ ਆ, ਕੁਝ ਫੈਡਰਲ ਸਿਸਟਮ ਦੀਆਂ ਫੋਲੋ ਕਰਦੇ ਆ। ਜਿਵੇਂ ਦੱਸਿਆ ਵੀ ਸਿੰਗਲ ਸਿਟੀਜ਼ਨਸ਼ਿਪ ਜਿਹੜੀ ਹੁੰਦੀ ਹੈ ਜੀ ਯੂਨਿਟਰੀ ਸਿਸਟਮ ਦੇ ਵਿੱਚ ਜਿਹੜੀ ਹੁੰਦੀ ਆ। ਠੀਕ ਹੈ। ਉਸ ਦੇ ਅਕੋਰਡਿੰਗ ਆਪਾਂ ਯੂਨਿਟਰੀ ਸਿਸਟਮ ਹੋ ਗਿਆ ਜੀ। ਐਵੇਂ ਜੇ ਦੇਖਿਆ ਜਾਵੇ ਡਿਵੀਜ਼ਨ ਆਫ ਪਾਵਰਸ ਦੇ ਅਕੋਰਡਿੰਗ ਦੇਖਿਆ ਜਾਵੇ, ਸ਼ਕਤੀ ਦੀ ਵੰਡ ਦੇ ਅਕੋਰਡਿੰਗ ਦੇਖੀਏ ਤਾਂ ਆਪਾਂ ਫੈਡਰਲ ਸਿਸਟਮ ਨੂੰ ਫੋਲੋ ਕਰਦੇ ਆ। ਇੱਧਰ ਤੁਹਾਨੂੰ ਦੱਸੀ ਹੋਈ ਹੈ ਲਿਸਟ ਸਾਰੀ ਮੈਂ। ਠੀਕ ਹੈ ਜੀ। ਸ਼ਕਤੀ ਦੀ ਵੰਡ ਕੀਤੀ ਹੋਈ ਆ। ਤਾਂ ਉਸ ਦੇ ਅਕੋਰਡਿੰਗ ਆਪਣਾ ਸਿਸਟਮ ਦੇਖਿਆ ਜਾਵੇ, ਨਾਲੇ ਆਪਾਂ ਫੈਡਰਲ ਵੀ ਹੈਗੇ ਨਾਲੇ ਆਪਾਂ ਯੂਨਿਟਰੀ ਵੀ ਹੈਗੇ ਆ। ਤਾਂ ਆਪਾਂ ਪ੍ਰੋਪਰ ਕਿਸੇ ਵੀ ਨੂੰ ਪ੍ਰੋਪਰ ਨਹੀਂ ਫੋਲੋ ਕਰ ਰਹੇ। ਤਾਂ ਆਪਾਂ ਕਿਸ ਚੀਜ਼ ਨੂੰ ਫੋਲੋ ਕਰ ਰਹੇ ਹਾਂ ਜੀ ਪ੍ਰੋਪਰ? ਤਾਂ ਇੱਕ ਕੇਸੀ ਵੇਅਰ ਨੇ ਬਈ ਉਦਾਹਰਨ ਦਿੱਤੀ ਹੋਈ ਹੈ ਤੁਹਾਡੇ ਸਾਹਮਣੇ, ਡੈਫੀਨੇਸ਼ਨ ਮੈਂ ਲਿਖੀ ਹੋਈ ਆ। ਕੇਸੀ ਵੇਅਰ ਇੱਕ ਵਿਦਵਾਨ ਹੈ ਬੰਦਾ। ਠੀਕ ਹੈ ਜੀ। ਇਹ ਕੀ ਦੱਸਦਾ? ਕੇਸੀ ਵੇਅਰ ਡਿਸਕ੍ਰਾਈਬਡ ਦਾ ਇੰਡੀਅਨ ਕਨਸਟੀਟਿਊਸ਼ਨ ਐਜ਼ ਕੁਐਸੀ ਫੈਡਰਲ। ਠੀਕ ਹੈ ਜੀ। ਕੁਐਸੀ ਫੈਡਰਲ ਹੁੰਦਾ ਕੀ ਹੈ? ਆਪਣਾ ਸਿਸਟਮ ਤੁਹਾਨੂੰ ਕੁਐਸਚਨ ਆਵੇ ਨਾ ਬਈ ਜਿਹੜਾ ਇੰਡੀਆ ਗਾ ਉਹ ਕਿਹੜੇ ਸਿਸਟਮ ਨੂੰ ਫੋਲੋ ਕਰ ਰਿਹਾ, ਫੈਡਰਲ ਸਿਸਟਮ ਨੂੰ ਫੋਲੋ ਕਰ ਰਿਹਾ ਜਾਂ ਯੂਨਿਟਰੀ ਸਿਸਟਮ ਨੂੰ ਫੋਲੋ ਕਰ ਰਿਹਾ। ਤਾਂ ਕੀ ਹੈ ਜੀ ਆਪਾਂ ਮੈਂ ਤੁਹਾਨੂੰ ਦੱਸਿਆ ਵੀ ਨਾ ਤਾਂ ਆਪਾਂ ਪ੍ਰੋਪਰ ਯੂਨਿਟਰੀ ਨੂੰ ਫੋਲੋ ਕਰ ਰਹੇ ਹਾਂ, ਨਾ ਹੀ ਆਪਾਂ ਫੈਡਰਲ ਨੂੰ ਪ੍ਰੋਪਰ ਫੋਲੋ ਕਰ ਰਹੇ ਹਾਂ। ਆਪਾਂ ਕਿਹੜਾ ਜੀ ਆਪਣਾ ਕਿਹੜਾ ਫੋਲੋ ਕਰਦੇ ਜੀ? ਕੁਐਸੀ ਫੈਡਰਲ। ਮਤਲਬ ਆਪਣਾ ਕੀ ਹੈ ਸੰਵਿਧਾਨ ਲਿਖਤੀ ਸੰਵਿਧਾਨ ਹੈਗਾ। ਠੀਕ ਹੈ ਜੀ। ਤਾਂ ਉੱਥੇ ਆਪਾਂ ਯੂਨਿਟਰੀ ਨਹੀਂ ਹੈਗੇ, ਸੰਵਿਧਾਨ ਆਪਣਾ ਲਿਖਤੀ ਹੈ ਜੀ। ਸਿੰਗਲ ਸਿਟੀਜ਼ਨਸ਼ਿਪ ਦੇ ਅਕੋਰਡਿੰਗ ਦੇਖੀਏ ਤਾਂ ਆਪਾਂ ਯੂਨਿਟਰੀ ਹੈਗੇ ਆ। ਠੀਕ ਹੈ। ਤਾਂ ਇਹਦੇ ਅਕੋਰਡਿੰਗ ਆਪਣਾ ਮਿਕਸ ਢਾਂਚਾ ਆ ਗਿਆ ਜੀ, ਜਿਹਨੂੰ ਆਪਾਂ ਕਹਿ ਦਿੰਦੇ ਆ ਕੁਐਸੀ ਫੈਡਰਲ। ਕੁਐਸਚਨ ਜੇ ਤੁਹਾਨੂੰ ਆਵੇ ਵੀ ਭਾਰਤ ਕਿਹੜੇ ਢਾਂਚੇ ਨੂੰ ਫੋਲੋ ਕਰਦਾ ਤਾਂ ਆਨਸਰ ਤੁਹਾਡਾ ਕੀ ਆਊਗਾ ਜੀ? ਕੁਐਸੀ ਫੈਡਰਲ। ਜਿਵੇਂ ਕਿ ਡੈਫੀਨੇਸ਼ਨ ਦਿੱਤੀ ਹੈ ਕੇਸੀ ਵੇਅਰ ਨੇ, ਡਿਸਕ੍ਰਾਈਬਡ ਦਾ ਇੰਡੀਅਨ ਕਨਸਟੀਟਿਊਸ਼ਨ ਐਜ਼ ਕੁਐਸੀ ਫੈਡਰਲ। ਠੀਕ ਹੈ ਜੀ। ਭਾਰਤ ਦਾ ਢਾਂਚਾ ਕਾਹਦੇ ਅਕੋਰਡਿੰਗ ਵਿਆਖਿਆ ਕੀਤੀ ਗਈ ਜੀ? ਕੁਐਸੀ ਫੈਡਰਲ ਹੈਗਾ ਆਪਣਾ ਢਾਂਚਾ। ਕਿਵੇਂ? ਦੇਖੋ ਕੁਐਸੀ ਫੈਡਰਲ ਮੀਨਸ ਏ ਫੈਡਰਲ ਫਾਰਮ ਆਫ ਗਵਰਨਮੈਂਟ। ਦੇਖੋ ਕੁਐਸੀ ਫੈਡਰਲ ਕੀ ਹੈਗੀ ਤਾਂ ਹੈਗੀ ਫੈਡਰਲ ਫਾਰਮ ਆਫ ਗਵਰਨਮੈਂਟ। ਕਿਵੇਂ? where more power is given to the central government than the state government। ਠੀਕ ਹੈ ਜੀ। ਆਪਣੇ ਕੋਲੇ ਜਿਹੜਾ ਹੈਗਾ ਨਾ ਕੁਐਸੀ ਫੈਡਰਲ ਮਤਲਬ ਇਹ ਕੀ ਕਹਿੰਦੇ ਨੇ ਬਈ ਜਿਹੜਾ ਇੱਥੇ ਪਾਵਰਾਂ ਨੇ ਉਹ ਜ਼ਿਆਦਾ ਪਾਵਰਾਂ ਮਜ਼ਬੂਤ ਜਿਹੜਾ ਹੈਗਾ ਉਹ ਕੇਂਦਰ ਕੋਲੇ ਜ਼ਿਆਦਾ ਪਾਵਰਾਂ ਨੇ। ਮਤਲਬ ਸਟੇਟਾਂ ਦੀਆਂ ਉਨੀਆਂ ਪਾਵਰਾਂ ਨਹੀਂ ਹੈਗੀਆਂ ਜਿੰਨੀਆਂ ਕੇਂਦਰ ਕੋਲੇ। ਠੀਕ ਹੈ। ਆਪਾਂ ਕਹਿ ਸਕਦੇ ਹਾਂ ਜੀ ਮਜ਼ਬੂਤ ਢਾਂਚੇ ਦੇ ਨਾਲ ਸੰਘੀ ਢਾਂਚਾ ਆਪਾਂ ਨੂੰ ਫੈਡਰਲ ਸਿਸਟਮ ਕਹਿ ਸਕਦੇ ਹਾਂ। ਠੀਕ ਹੈ ਜੀ। ਮਤਲਬ ਮਜ਼ਬੂਤ ਕੇਂਦਰ ਸਰਕਾਰ ਦੇ ਨਾਲ ਆਪਾਂ ਫੈਡਰਲ ਸਿਸਟਮ ਨੂੰ ਫੋਲੋ ਕਰਦੇ ਹਾਂ। ਇੱਥੇ ਸਿੱਧਾ ਸਿੱਧਾ ਇਹ ਯਾਦ ਰੱਖਣਾ ਤੁਸੀਂ, ਕੁਐਸੀ ਫੈਡਰਲ ਯਾਦ ਰੱਖਣਾ। ਆਪਣਾ ਢਾਂਚਾ ਕਿਹੜਾ ਜੀ? ਕੁਐਸੀ ਫੈਡਰਲ। ਠੀਕ ਹੈ। ਤਾਂ ਹੁਣ ਥੋੜਾ ਜਿਹਾ ਆਪਾਂ ਇਹ ਵੀ ਡਿਸਕ੍ਰਾਈਬ ਤੁਹਾਨੂੰ ਕਰ ਦਿੰਦੇ ਆ ਚੀਜ਼ ਬਈ ਆਪਾਂ ਪ੍ਰੋਪਰ ਫੈਡਰਲ ਕਿਉਂ ਨਹੀਂ ਕਹਿੰਦੇ ਆਪਣੇ ਕੋਲ। ਹਾਂ ਫੈਡਰਲ ਦੀਆਂ ਕੁਝ ਵਿਸ਼ੇਸ਼ਤਾਵਾਂ ਆਪਣੇ ਕੋਲ ਹੈਗੀਆਂ ਨੇਗੀਆਂ ਹਨਾ। ਕਿਵੇਂ? ਫੈਡਰਲ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਕਿਹੜੀਆਂ ਨੇ? ਜਿਵੇਂ ਸ਼ਕਤੀ ਦੀ ਵੰਡ ਕੀਤੀ ਹੋਈ ਆਪਣਾ ਲਿਖਤੀ ਸੰਵਿਧਾਨ ਵੀ ਆਪਣੇ ਕੋਲੇ ਹੈਗਾਗਾ ਹਨਾ। ਫੈਡਰਲ ਕੁਝ ਚੀਜ਼ਾਂ ਹੈਗੀਆਂ ਤਾਂ ਹੈਗੀਆਂ ਨੇ ਆਪਾਂ ਨੂੰ, ਪਰ ਆਪਾਂ ਪ੍ਰੋਪਰ ਫੈਡਰਲ ਕਹਿੰਦੇ ਕਿਉਂ ਨਹੀਂ ਆਪਣੇ ਆਪ ਨੂੰ ਵੀ ਅਸੀਂ ਫੈਡਰਲ ਹਨਾ? ਉਹਦੇ ਪਿੱਛੇ ਇੱਕ ਰੀਜ਼ਨ ਹੈ ਵੀਰੇ। ਰੀਜ਼ਨ ਕੀ ਹੈਗਾ? ਰੀਜ਼ਨ ਹੈਗਾ ਜੀ ਤੁਸੀਂ ਆਹ ਮੈਂ ਨੀਚੇ ਦਿੱਤਾ ਹੋਇਆ ਵਰਡ ਇਹਨੂੰ ਸਮਝੋ ਚੰਗੀ ਤਰ੍ਹਾਂ। ਜੇ ਕੁਐਸਚਨ ਇਦਾਂ ਆਵੇ ਵੀ ਫੈਡਰਲ ਢਾਂਚਾ, ਦੇਖੋ ਕੁਝ ਵਿਸ਼ੇਸ਼ਤਾ ਆਪਾਂ ਫੈਡਰਲ ਦੀਆਂ ਮਤਲਬ ਆਪਣੇ ਤੇ ਅਪਲਾਈ ਕਰਦੇ ਆ।
ਜਿਹਦਾ ਕੁਐਸਚਨ ਇਦਾਂ ਵੀ ਫੈਡਰਲ ਜਿਹੜਾ ਢਾਂਚਾ ਹੈਗਾ ਭਾਰਤ ਨੇ, ਕੁਛ ਨਾ ਕੁਛ ਤਾਂ ਆਪਾਂ ਫੈਡਰਲ ਨੂੰ ਮੰਨਦੇ ਆ, ਠੀਕ ਹੈ ਜੀ। ਤਾਂ ਫੈਡਰਲ ਢਾਂਚਾ ਆਪਾਂ ਕਿਹੜੇ ਦੇਸ਼ ਤੋਂ ਲਿਆ ਗਿਆ, ਜਿਹਦਾ ਕੁਐਸਚਨ ਇਦਾਂ ਵੀ ਫੈਡਰਲ ਢਾਂਚਾ ਕਿਹੜੇ ਦੇਸ਼ ਤੋਂ ਲਿਆ ਗਿਆ, ਤਾਂ ਫਿਰ ਆਨਸਰ ਲਾਵਾਂਗੇ ਜੀ ਅਸੀਂ ਕੈਨੇਡਾ ਤੋਂ। ਬਈ ਅਸੀਂ ਕੈਨੇਡਾ ਤੋਂ ਜਿਹੜਾ ਹੈਗਾ ਫੈਡਰਲ ਢਾਂਚੇ ਨੂੰ ਅਡਾਪਟ ਕੀਤਾ ਹੋਇਆ, ਪਰ ਅਸੀਂ ਪ੍ਰੋਪਰ ਫੈਡਰਲ ਨਹੀਂ ਅਡਾਪਟ ਕੀਤਾ ਹੋਇਆ, ਠੀਕ ਹੈ। ਕਿਉਂ ਨਹੀਂ ਕੀਤਾ ਪ੍ਰੋਪਰ ਫੈਡਰਲ ਢਾਂਚਾ, ਇਹਦਾ ਮੀਨਿੰਗ ਕੁਝ ਹੋਰ ਆ ਜੀ, ਤਾਂ ਕਰਕੇ ਨਹੀਂ ਅਸੀਂ ਅਡਾਪਟ ਕੀਤਾ। ਫੈਡਰਲ ਵਰਡ ਡਿਰਾਈਵਡ ਫਰੋਮ ਲੈਟਿਨ ਵਰਡ ਕਿਹੜਾ ਜੀ, ਫੋਇਡਸ, ਮਤਲਬ ਲਾਤੀਨੀ ਭਾਸ਼ਾ ਦੇ ਸ਼ਬਦ ਇਦੋਂ ਫੈਡਰਲ ਕਿਤੋਂ ਬਣਿਆ ਜੀ, ਲਾਤੀਨੀ ਭਾਸ਼ਾ ਸ਼ਬਦ ਫੋਇਡਸ ਤੋਂ ਬਣਿਆ ਹੋਇਆਗਾ। ਇਹਦਾ ਮਤਲਬ ਕੀ ਹੁੰਦਾ ਜੀ ਫੋਇਡਸ, ਫੋਇਡਸ ਦਾ ਮਤਲਬ ਹੁੰਦਾ ਜੀ ਐਗਰੀਮੈਂਟ, ਮਤਲਬ ਸਮਝੌਤਾ। ਹੁਣ ਤੁਸੀਂ ਕਹੋਗੇ ਸਰ ਸਮਝੌਤਾ ਕੀ ਹੋਇਆ, ਸਮਝੌਤਾ ਕੀ ਹੈ ਜੀ, ਇੱਥੇ ਮੈਂ ਤੁਹਾਨੂੰ ਸਮਝਾਇਆ ਸੀਗਾ, ਅਮਰੀਕਾ ਦੀ ਉਦਾਹਰਨ ਦਿੱਤੀ ਸੀ। ਕੀ ਸਮਝੌਤਾ ਸੀ, ਜਦੋਂ ਅਮਰੀਕਾ ਬਣਿਆ ਸੀ ਨਾ ਜੀ, ਅਮਰੀਕਾ ਦੀਆਂ 50 ਸਟੇਟਾਂ ਸੀਗੀਆਂ, 50 ਸਟੇਟਾਂ ਦਾ ਕੀ ਹੋ ਗਿਆ ਸੀ, ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੇ ਵਿੱਚ ਐਗਰੀਮੈਂਟ ਹੋਇਆ ਇੱਕ, ਕਹਿੰਦੇ ਬਈ ਜਿੰਨਾ ਚਿਰ ਸੈਂਟਰ ਸਾਡੇ ਅਕੋਰਡਿੰਗ ਚੱਲੂਗਾ, ਮਤਲਬ ਸਾਡੀ ਜਿਹੜੀ ਗੱਲ ਮੰਨੂਗਾ, ਠੀਕ ਹੈ, ਕੁਝ ਪਾਵਰਾਂ ਸਾਡੇ ਕੋਲ ਵੀ ਹੈਗੀਆਂ ਨੇ, ਮਤਲਬ ਇੱਥੇ ਪਾਵਰਾਂ ਜਦ ਨਾ ਸਟੇਟਾਂ ਨੂੰ ਵੱਧ ਪਾਵਰਾਂ ਮਿਲੀਆਂ ਹੋਈਆਂ ਨੇ, ਸੈਂਟਰ ਕੋਲੇ ਪਾਵਰਾਂ ਘੱਟ ਨੇ, ਠੀਕ ਹੈ ਜੀ, ਸਟੇਟਾਂ ਵੱਧ ਮਜ਼ਬੂਤ ਨੇਗੀਆਂ, ਸੈਂਟਰ ਕੋਲੇ ਪਾਵਰਾਂ ਘੱਟ ਨੇ। ਤਾਂ ਇੱਥੇ ਇੱਕ ਸਮਝੌਤਾ ਹੋਇਆ ਸਟੇਟਾਂ ਨੇ ਕਿਹਾ ਵੀ ਜੇ ਸਾਡੇ ਨਾਲ ਕੋਈ ਧੱਕਾ ਹੋਣ ਲੱਗਿਆ, ਅਸੀਂ ਕਿਸੇ ਵੇਲੇ ਵੀ ਵੱਖਰਾ ਇੱਕ ਦੇਸ਼ ਬਣਾ ਸਕਦੇ, ਆਪਣਾ ਵੱਖਰਾ ਹੋ ਸਕਦੇ ਅਸੀਂ, ਠੀਕ ਹੈ, ਸਟੇਟਾਂ ਕਦੋਂ ਵੀ ਵੱਖਰੀਆਂ ਹੋ ਸਕਦੀਆਂ ਨੇ। ਪਰ ਜੇ ਆਪਾਂ ਫੈਡਰਲ ਪ੍ਰੋਪਰ ਕਹਿ ਦਈਏ, ਸਾਡਾ ਢਾਂਚਾ ਪ੍ਰੋਪਰ ਫੈਡਰਲ ਆ, ਕੀ ਆਪਾਂ ਸਟੇਟਾਂ ਵੱਖਰੀਆਂ ਹੋ ਸਕਦੀਆਂ ਨੇ, ਠੀਕ ਹੈ ਜੀ। ਆਪਣੇ ਮੰਗ ਕਰਦੇ ਨੇ, ਖਾਲਿਸਤਾਨ ਦੀ ਮੰਗ ਕਰਦੇ ਨੇ ਪੰਜਾਬ ਵਾਲੇ ਜਾਂ ਕੋਈ ਹੋਰ ਸਟੇਟਾਂ ਵਾਲੇ, ਹਨਾ, ਕਹਿੰਦੇ ਵੀ ਸਾਨੂੰ ਵੱਖਰਾ ਬਣਾਓ, ਜੰਮੂ ਕਸ਼ਮੀਰ ਵਾਲੇ ਕਹਿੰਦੇ ਪਾਕਿਸਤਾਨ ਉਹ ਕਰੋ, ਹਨਾ। ਤਾਂ ਆਪਾਂ ਕੀ ਹੈ ਜੀ, ਵੱਖਰੇ ਨਹੀਂ ਹੋ ਸਕਦੇ, ਠੀਕ ਹੈ, ਵੱਖਰੇ ਨਹੀਂ ਹੋ ਸਕਦੇ। ਕਿਉਂ ਨਹੀਂ ਹੋ ਸਕਦੇ, ਕਿਉਂਕਿ ਜਿਹੜਾ ਫੈਡਰਲ ਦਾ ਮੀਨਿੰਗ ਕੀ ਹੈ ਜੀ, ਉਹਦਾ ਮਤਲਬ ਹੈ ਸਮਝੌਤਾ, ਵੀ ਸਟੇਟਾਂ ਨਾਲ ਸਮਝੌਤਾ ਹੋਇਆ। ਆਪਣਾ ਕੋਈ ਸਮਝੌਤਾ ਨਹੀਂ ਹੋਇਆ ਸਟੇਟਾਂ ਨਾਲ, ਆਪਣੇ ਇੱਥੇ ਹੈਗਾ ਜੀ ਕੇਂਦਰ ਮਜ਼ਬੂਤ, ਮਤਲਬ ਕੇਂਦਰ ਦੀ ਪਾਵਰ ਜ਼ਿਆਦਾ ਆ, ਆਪਾਂ ਵੱਖਰੇ ਨਹੀਂ ਹੋ ਸਕਦੇ। ਇਸ ਕਰਕੇ ਆਪਾਂ ਨੂੰ ਕਿਹੜਾ ਢਾਂਚਾ ਦਿੱਤਾ ਗਿਆ ਜੀ, ਇੱਥੇ ਆਪਾਂ ਕੁਐਸੀ ਫੈਡਰਲ ਜਿਹੜਾ ਆਪਣੇ ਆਪ ਨੂੰ ਕਹਿੰਦੇ ਆ। ਤਾਂ ਆਰਟੀਕਲ 1 ਦੇ ਵਿੱਚ ਇਹਨਾਂ ਨੇ ਡਿਸਕ੍ਰਾਈਬ ਕਰਤਾ ਜੀ, ਆਰਟੀਕਲ 1 ਦੇ ਵਿੱਚ ਕੀ ਕਲੀਅਰ ਕਰਤਾ ਇਹਨਾਂ ਨੇ, ਭਾਰਤ ਰਾਜਾਂ ਦਾ ਸੰਘ ਹੈ। ਪਹਿਲਾ ਆਰਟੀਕਲ ਮੈਨੂੰ ਲੱਗਦਾ ਤੁਹਾਨੂੰ ਹੁਣ ਸਮਝ ਆ ਗਈ ਹੋਊ ਗੱਲ, ਬਈ ਭਾਰਤ ਰਾਜਾਂ ਦਾ ਸੰਘ ਹੈ, ਕੋਈ ਵੀ ਜਿਹੜੀ ਸਟੇਟ ਹੈਗੀ ਹੈ ਨਾ, ਚਾਹੇ ਪੰਜਾਬ ਹੈ, ਚਾਹੇ ਜੰਮੂ ਕਸ਼ਮੀਰ ਹੈ, ਚਾਹੇ ਕੋਈ ਅਰੁਣਾਚਲ ਪ੍ਰਦੇਸ਼ ਹੈ, ਕੋਈ ਵੀ ਸਟੇਟ ਵੱਖਰੀ ਨਹੀਂ ਹੋ ਸਕਦੀ। ਜਿਵੇਂ ਅਮਰੀਕਾ ਵਿੱਚ ਸਮਝੌਤਾ ਹੈਗਾ ਜੀ, ਬਈ ਕੋਈ ਵੀ ਸਟੇਟਾਂ ਜਦੋਂ ਵੀ ਮਰਜ਼ੀ ਵੱਖਰੀਆਂ ਹੋ ਸਕਦੀਆਂ ਨੇ, ਪਰ ਭਾਰਤ ਕੀ ਹੈ ਜੀ, ਭਾਰਤ ਆਰਟੀਕਲ 1 ਦੇ ਵਿੱਚ ਹੀ ਲਿਖਤਾ ਇਹਨਾਂ ਨੇ, ਯੂਨੀਅਨ ਆਫ ਸਟੇਟਸ, ਭਾਰਤ ਰਾਜਾਂ ਦਾ ਸੰਘ ਹੈ, ਕੋਈ ਵੀ ਸਟੇਟ ਜਿਹੜੀ ਆ ਵੱਖਰੀ ਨਹੀਂ ਹੋ ਸਕਦੀ। ਤਾਂ ਕਰਕੇ ਆਪਣਾ ਢਾਂਚਾ ਅਸੀਂ ਫੈਡਰਲ ਨਹੀਂ ਬੋਲਦੇ, ਆਪਣੇ ਆਪ ਨੂੰ ਕੀ ਬੋਲਦੇ ਜੀ, ਅਸੀਂ ਢਾਂਚਾ ਜਿਹੜਾ ਸਾਡਾ ਬੋਲਿਆ ਨਾ ਕੁਐਸੀ ਫੈਡਰਲ, ਮਤਲਬ ਕੀ ਹੈ ਜੀ, ਅਸੀਂ ਯੂਨਿਟਰੀ ਵੀ ਹੈਗੇ ਆ ਤੇ ਫੈਡਰਲ ਵੀ ਹੈਗੇ ਆ, ਮਿਕਸ ਲੈ ਕੇ ਚੱਲਦੇ ਆ ਸਾਰੀ ਚੀਜ਼ ਨੂੰ, ਯੂਨਿਟਰੀ ਵੀ ਹੈਗੇ ਆ ਤੇ ਫੈਡਰਲ ਵੀ ਹੈਗੇ। ਕੁਝ ਚੀਜ਼ਾਂ ਅਸੀਂ ਫੈਡਰਲ ਦੀਆਂ ਅਪਲਾਈ ਕਰਦੇ ਆ ਆਪਣੇ ਤੇ, ਕੁਝ ਅਸੀਂ ਯੂਨਿਟਰੀ ਤੇ ਅਪਲਾਈ ਕਰਦੇ ਆ। ਇਸੇ ਕਰਕੇ ਜੇ ਕੁਐਸਚਨ ਆਵੇ ਤਾਂ ਆਨਸਰ ਆਪਣਾ ਕੁਐਸੀ ਫੈਡਰਲ ਇੱਥੇ ਲਿਖਿਆ ਜਾਊਗਾ। ਮੈਨੂੰ ਲੱਗਦਾ ਤੁਹਾਨੂੰ ਇਹ ਟੌਪਿਕ ਸਮਝ ਆ ਗਿਆ ਹੋਊਗਾ। ਤਾਂ ਅਸੀਂ ਸਾਡੇ ਆਫਲਾਈਨ ਬੈਚਸ ਵੀ ਮਾਨਸਾ ਦੇ ਵਿੱਚ ਚੱਲ ਰਹੇ ਨੇ, ਕਿਸੇ ਵੀ ਕੰਪੀਟੀਟਿਵ ਦੀ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਤਾਂ ਸਾਡੇ ਕੋਲੇ ਜ਼ਰੂਰ ਵਿਜ਼ਿਟ ਕਰੋ, ਠੀਕ ਹੈ ਜੀ। ਜਿਹੜਾ ਫੋਨ ਨੰਬਰ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦਿੱਤਾ ਹੋਊਗਾ, ਤੇ ਉਮੀਦ ਕਰਦੇ ਹਾਂ ਕਲਾਸ ਜਿਹੜੀ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਕਲਾਸ ਵਧੀਆ ਲੱਗੀ ਤਾਂ ਇਹਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਰੇ ਨੇ। ਬਾਏ ਬਾਏ, ਥੈਂਕ ਯੂ, ਧੰਨਵਾਦ ਜੀ ਸਾਰਿਆਂ ਦਾ।